ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਛੁੱਟੀ ਦੀ, ਜੇਲ੍ਹ ਤੋਂ ਮਿਲੀ ਛੁੱਟੀ ਦੀ। 2017 ਦੀਆਂ ਚੋਣਾਂ ਤੋਂ ਪਹਿਲਾਂ ਜਿਸ ਮੁੱਦੇ ਦੇ ਉੱਤੇ ਜਿਸ ਸ਼ਖਸ ਦੀ ਖੂਬ ਚਰਚਾ ਹੋ ਰਹੀ ਸੀ, ਉਸ ਨੂੰ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਜੇਲ੍ਹ ਤੋਂ ਫਰਲੋ ਜਾਂ ਛੁੱਟੀ ਮਿਲ ਜਾਵੇ, ਫਿਰ ਸਿਆਸੀ ਪਰਲੋ ਤਾਂ ਆਣੀ ਹੀ ਸੀ। ਹੁਣ ਸਵਾਲ ਹੈ ਕਿ ਆਖਿਰ ਗੁਰਮੀਤ ਰਾਮ ਰਹੀਮ ਯਾਨੀ ਡੇਰਾ ਮੁਖੀ ਦੀ ਫਰਲੋ ਦਾ ਕੋਈ ਇਲੈਕਸ਼ਨ ਦੇ ਨਾਲ ਕਨੈਕਸ਼ਨ ਹੈ? ਬੀਜੇਪੀ ਕਹਿ ਰਹੀ ਹੈ ਇਹ ਸਿਰਫ ਇਤਫਾਕ ਹੈ। ਤੇ ਕੀ ਰਾਮ ਰਹੀਮ ਦੀ ਫਰਲੋ ਕਿਸੇ ਪਾਰਟੀ ਦੇ ਹੱਕ ਜਾਂ ਖਿਲਾਫ ਦੇ ਵਿੱਚ ਹੋ ਸਕਦੀ ਹੈ ਕਿ ਪੰਜਾਬ ਦੀਆਂ ਚੋਣਾਂ ਨੂੰ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਪ੍ਰਭਾਵਿਤ ਇਹ ਫਰਲੋ ਕਰ ਸਕਦੀ ਹੈ? ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ, ਖਾਸ ਤੌਰ ਤੇ ਮਾਲਵੇ 'ਚ, ਦੱਖਣ ਮਾਲਵੇ ਦੇ ਵਿੱਚ ਡੇਰੇ ਦਾ ਚੰਗਾ ਆਧਾਰ ਕਿਹਾ ਜਾਂਦਾ ਹੈ। ਤਾਂ ਕਿ ਉਹਨਾਂ ਸੀਟਾਂ ਦੇ ਉੱਤੇ ਕੋਈ ਪ੍ਰਭਾਵ ਡੇਰਾ ਪਾ ਸਕਦਾ ਹੈ? ਜੇ ਡੇਰਾ ਪ੍ਰਭਾਵ ਪਾਉਂਦਾ ਹੈ ਜਾਂ ਫਿਰ ਗੁਰਮੀਤ ਰਾਮ ਰਹੀਮ ਦੇ ਵੱਲੋਂ ਕਿਸੇ ਸਿਆਸੀ ਪਾਰਟੀ ਦੇ ਪੱਖ ਦੇ ਵਿੱਚ ਗੱਲ ਕੀਤੀ ਜਾਂਦੀ ਹੈ, ਤਾਂ ਫਿਰ ਕੀ ਪੰਜਾਬ ਦੇ ਚੋਣਾਂ ਦੇ ਸਮੀਕਰਨ ਬਦਲ ਜਾਣਗੇ? ਕਿਹਾ ਜਾਂਦਾ ਹੈ ਕਿ ਸਿਆਸਤ 2 ਦਿਨਾਂ 'ਚ ਬਦਲ ਜਾਂਦੀ ਹੈ, 2 ਘੰਟਿਆਂ ਦੇ ਵਿੱਚ ਬਦਲ ਜਾਂਦੀ ਹੈ ਤੇ ਬਹੁਤ ਸਾਰੇ ਟਰਨਿੰਗ ਪੁਆਇੰਟ ਆਉਂਦੇ ਨੇ ਜਦੋਂ ਇਲੈਕਸ਼ਨ ਨੇੜੇ ਹੋਣ। ਤਾਂ ਕੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਫਰਲੋ ਜਾਂ ਉਸ ਨੂੰ ਮਿਲੀ ਫਰਲੋ ਪੰਜਾਬ ਦੇ ਵਿੱਚ ਉਹੀ ਟਰਨਿੰਗ ਪੁਆਇੰਟ ਹੈ ਜੋ ਸਿਆਸਤ ਦੇ ਗੁਣਾ ਗਣਿਤ ਨੂੰ ਬਦਲ ਕੇ ਰੱਖ ਸਕਦਾ ਹੈ, ਕਿਸੇ ਸਿਆਸੀ ਪਾਰਟੀ ਦੇ ਹੱਕ ਦੇ ਵਿੱਚ ਜਾਂ ਖਿਲਾਫ ਲੈ ਕੇ ਜਾ ਸਕਦਾ ਹੈ? ਇਹ ਪੂਰਾ ਫੈਸਲਾ ਅੱਜ ਇਸ ਦੇ ਉੱਤੇ ਗੱਲ ਹੋਵੇਗੀ। ਗੱਲ ਹੋਏਗੀ ਫਰਲੋ ਤੇ ਭਖੀ ਸਿਆਸੀ ਪਰਲੋ। आखिरकार 4.5 साल के बाद राम रहीम जेल तो बाहर आ ही गया, भावें 21 दिन के लिए ही सही। पर पंजाब चोणां तो कुछ दिन पहला राम रहीम नूं फरलो मिलने कई सियासी मायने कढ़े जा रहे हैं, जबकि हरियाणा के मुख मंत्री मनोहर लाल इसनूं हर कैदी का अधिकार दस रहे हैं। अगर फरलो अज मिली है तो इहदा मैं समझना कोई चोण दे नाल कोई संबंध नहीं है, इहदा संयोग है। और संयोग यह है कि जिहड़ी जानकारी सब नूं है कि कोई कैदी 3 साल अपने कैद नूं टाइम पूरा करने तो बाद फरलो वास्ते वो अप्लाई कर सकता है। मुख मंत्री दे नाल नाल उन्हां दे जेल मंत्री भी मुख मंत्री दी गल नूं दोहरा रहे ने। जब कोई कैदी 3 साल कंप्लीट कर लेता है जेल में तो उसके बाद फरलो मिलती है, और तब से ये सदा से चला आ रहा है। बाबा कोई अलग नहीं थे, ये भी एक कैदी थे, सामान्य कैदी थे। तो जो इन्हें आपकी फरलो मिली है वो इसने डिविजनल कमीशन ने दी है। राम रहीम दी फरलो दे पिछे कांग्रेस सिद्धे तौर ते बीजेपी दा हथ दस रही है। देखो जी, ਆਪਾਂ ਨੂੰ ਪਤਾ ਵੀ ਅੱਗੇ ਵੀ ਬੀਜੇਪੀ ਬਹੁਤ ਉਹਨੂੰ ਸ਼ਹਿ ਦੇ ਰਹੇ ਸੀਗੇ। ਬੀਜੇਪੀ ਦਾ ਅੱਦਾ ਹੈਗਾ ਵੀ ਜੇ ਉਹਨੂੰ ਬਾਹਰ ਆ ਜੇ ਤਾਂ ਸਾਨੂੰ ਇਲੈਕਸ਼ਨਾਂ 'ਚ ਉਹਦੀ ਮਦਦ ਮਿਲੂਗੀ। ਇਸ ਕਰਕੇ ਉਹ ਲੋਕਾਂ ਦੀਆਂ ਵੋਟਾਂ ਬਟੋਰਨ ਵਾਸਤੇ ਜਿਹੜਾ ਉਹ ਪਰੋਲ ਤੇ ਲਿਆ ਰਹੇ। ਕਾਂਗਰਸ ਭਾਵੇਂ ਹੀ ਰਾਮ ਰਹੀਮ ਦੀ ਫਰਲੋ ਦੇ ਪਿੱਛੇ ਬੀਜੇਪੀ ਦਾ ਫਾਇਦਾ ਦੱਸ ਰਹੀ ਹੈ, ਪਰ ਆਮ ਆਦਮੀ ਪਾਰਟੀ ਇਸ ਨੂੰ ਕੋਰਟ ਦਾ ਮਾਮਲਾ ਦੱਸ ਰਹੀ ਹੈ, ਜਦਕਿ ਅਕਾਲੀ ਦਲ ਵੀ ਖੁੱਲ ਕੇ ਕੁਝ ਕਹਿਣ ਤੋਂ ਬਚਦਾ ਨਜ਼ਰ ਆ ਰਿਹਾ ਹੈ। कोर्ट का मामला है जी, ये मान लो कोर्ट का मामला है, ਇਹਦੇ 'ਚ ਮੈਂ ਕੁਝ ਮਿੰਟ ਕਿ ਦਿਨ ਦੀ ਪੇਰੋਲ ਮਿਲਿਆ ਸੀ ਰਾਮ ਰਹੀਮ ਨੂੰ? ਮੈਨੂੰ ਇਹਦੇ ਬਾਰੇ ਪਤਾ ਨਹੀਂ ਕਿ ਮੈਨੂੰ ਚੈੱਕ ਕਰ ਲੈਣਾ, ਮੈਨੂੰ ਕੋਈ ਪਤਾ ਨਹੀਂ ਹੈ। ਮੈਂ ਕਮੈਂਟ ਕਰੂੰਗਾ ਜਦੋਂ ਤੁਹਾਨੂੰ ਪਤਾ ਲੱਗੇ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਅਚਾਨਕ ਪਹਿਲਾਂ ਮਿਲੇ ਇਸ ਫਰਲੋ ਤੇ ਕਾਂਗਰਸ ਦਾ ਸਵਾਲ ਉਠਾਉਣਾ ਲਾਜ਼ਮੀ ਹੈ, ਕਿਉਂਕਿ ਇਹ ਗੱਲ ਸਾਫ਼ ਹੈ ਜਿਹੜੇ ਡੇਰਿਆਂ ਦਾ ਪ੍ਰਭਾਵ ਜ਼ਿਆਦਾ ਹੈ ਉਹਨਾਂ ਡੇਰਿਆਂ ਦੇ ਵਿੱਚੋਂ ਡੇਰਾ ਸੱਚਾ ਸੌਦਾ ਸਭ ਤੋਂ ਉੱਪਰ ਹੈ। ਇਸ ਦੇ ਲਈ ਡੇਰੇ ਦੇ ਮੁਖੀ ਦੇ ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਕਈ ਸਿਆਸੀ ਮਾਇਨੇ ਨਜ਼ਰ ਆ ਰਹੇ ਨੇ। ਮਨੋਜ ਕੁਮਾਰ ਦੇ ਨਾਲ ਚੇਤਨ ਭੂਰਾ ਤੇ ਦੀਪਕ ਸਿੰਗਲਾ, ਨਿਊਜ਼ 18। ਤਾਂ ਅੱਜ ਇਸ ਮੁੱਦੇ ਉੱਤੇ ਹੀ ਗੱਲਬਾਤ ਕਰਾਂਗੇ। ਫਰਲੋ ਤੇ ਸਿਆਸੀ ਪਰਲੋ ਨਜ਼ਰ ਆ ਰਹੀ ਹੈ, ਪਰ ਸਵਾਲ ਇਹ ਹੈ ਕਿ ਬਾਕੀ ਇਲੈਕਸ਼ਨ ਦੇ ਨਾਲ, ਚੋਣਾਂ ਦੇ ਨਾਲ ਜੋੜਿਆ ਜਾਵੇ ਗੁਰਮੀਤ ਰਾਮ ਰਹੀਮ ਨੂੰ ਮਿਲੀ फरलो ते जो पैरोल हुंदी है उस दे विच की फर्क है। मैं एक बार थोड़ा जिहा तुहानूं ब्रीफ कर देना। पैरोल
ਅਦਾਲਤ ਤੋਂ ਮਿਲਦੀ ਹੈ। ਫਰਲੋ ਇੱਕ ਕੈਦੀ, ਸਜ਼ਾ ਯਾਫਤਾ ਕੈਦੀ ਦਾ ਹੱਕ ਹੁੰਦਾ ਹੈ ਕਿ ਇੱਕ ਤੈਅ ਸਮੇਂ ਤੋਂ ਬਾਅਦ ਉਹ ਜੇਲ੍ਹ ਪ੍ਰਸ਼ਾਸਨ ਦੀ ਇਜਾਜ਼ਤ ਦੇ ਨਾਲ ਫਰਲੋ ਲੈ ਸਕਦਾ ਹੈ, ਇੱਕ ਤਰੀਕੇ ਨਾਲ ਜੇਲ੍ਹ ਦੇ ਵਿੱਚ ਰਹਿੰਦੇ ਹੋਏ, ਤਾਂ ਕਿ ਜੋ ਕੈਦੀ ਹੈ ਉਹ ਸਮਾਜ ਦੇ ਨਾਲ ਜੁੜਿਆ ਰਹੇ, ਸਮਾਜ ਦੇ ਲੋਕਾਂ ਨਾਲ ਜੁੜਿਆ ਰਹੇ। ਇਸ ਕਰਕੇ ਉਹਨਾਂ ਨੂੰ ਫਰਲੋ ਯਾਨੀ ਛੁੱਟੀ ਦਿੱਤੀ ਜਾਂਦੀ ਹੈ। ਔਰ ਇਸ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੇਖਦਾ ਹੈ ਕਿ ਅੰਦਰ ਜੇਲ੍ਹ ਦੇ ਅੰਦਰ ਉਸ ਕੈਦੀ ਦਾ ਵਤੀਰਾ ਕਿਹੋ ਜਿਹਾ ਹੈ, ਉਸ ਦਾ ਜਿਹੜੇ ਅੰਦਰ ਦੀਆਂ ਗਾਈਡਲਾਈਨਸ ਨੇ ਜਾਂ ਫਿਰ ਨਿਯਮ ਨੇ ਉਹਨਾਂ ਨੂੰ ਲੈ ਕੇ ਕਿਸ ਤਰੀਕੇ ਨਾਲ ਮੰਨ ਰਿਹਾ ਹੈ। ਇਸ ਤਰੀਕੇ ਨਾਲ ਫਰਲੋ ਦਿੱਤੀ ਜਾਂਦੀ ਹੈ। ਇਹ ਇੱਕ ਕੈਦੀ ਨੂੰ ਨਹੀਂ, ਹਰ ਕੈਦੀ ਨੂੰ ਮਿਲਦੀ ਹੈ। ਇਹ ਸੰਵਿਧਾਨਿਕ ਤੌਰ ਦੇ ਉੱਤੇ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿ ਇਹ ਅਧਿਕਾਰ ਹੈ। ਪਰ ਇਲੈਕਸ਼ਨ ਤੋਂ ਪਹਿਲਾਂ, ਪਰ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਇਹੀ ਅੱਜ ਚਰਚਾ ਦਾ ਵਿਸ਼ਾ। ਇਸ ਤੋਂ ਹੀ ਅਸੀਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਅਮਿਤ ਬਾਵਾ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੁੜ ਰਹੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਿਪਰੈਜ਼ੈਂਟ ਕਰਨਗੇ, ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ। ਸਾਡੇ ਨਾਲ ਕੁਲਦੀਪ ਸਿੰਘ ਧਾਲੀਵਾਲ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਰਾਮ ਸਿੰਘ ਜੀ ਨੂੰ ਵੀ ਨਾਲ ਜੋੜੀਏ, ਪੋਲੀਟੀਕਲ ਵਿੰਗ ਦੇ ਮੁਖੀ ਡੇਰਾ ਸਿਰਸਾ ਦੇ। ਹਾਲਾਂਕਿ ਉਹ ਫਿਲਹਾਲ ਫੋਨ ਦੇ ਉੱਤੇ ਆਉਣ ਤੋਂ ਇਨਕਾਰ ਕਰ ਰਹੇ ਨੇ। ਜੇ ਪ੍ਰੋਗਰਾਮ ਦੇਖ ਰਹੇ ਹੋਣ ਤਾਂ ਜ਼ਰੂਰ ਆ ਕੇ ਆਪਣਾ ਪੱਖ ਰੱਖਣ ਰਾਮ ਸਿੰਘ ਜੀ। ਮੈਂ ਸ਼ੁਰੂਆਤ ਕਰਦਾ ਕੁਲਦੀਪ ਧਾਲੀਵਾਲ ਜੀ ਤੁਹਾਡੇ ਤੋਂ। ਬੀਜੇਪੀ ਦੇ ਵਾਲੇ ਪਾਸੇ ਉਂਗਲਾਂ ਉੱਠ ਰਹੀਆਂ ਨੇ ਕਿ ਬੀਜੇਪੀ ਚੋਣਾਂ ਦੇ ਲਈ ਇਹ ਹੱਥਕੰਡੇ ਅਪਣਾ ਰਹੀ ਹੈ ਕਿ ਇਲੈਕਸ਼ਨ ਦੇ ਵਿੱਚ ਡੇਰਾ ਦੀ ਵੋਟ ਦੇ ਉੱਤੇ ਨਜ਼ਰ ਹੈ ਬੀਜੇਪੀ ਦੀ। ਦੇਖੋ ਗੌਰਵ ਜੀ, ਮੈਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਦੇ ਜੇ ਆਪਾਂ ਦੇਖੀਏ ਕਿ ਜਦੋਂ ਡੇਰਾ ਮੁਖੀ ਦੇ ਉੱਪਰ ਇਲਜ਼ਾਮ ਲੱਗੇ ਤਾਂ ਉਦੋਂ ਉਹਨਾਂ ਨੂੰ ਅੰਦਰ ਫੜ ਕੇ ਅੰਦਰ ਕਰਨ ਵਾਲੀ ਸਰਕਾਰ ਕਿਹੜੀ ਸੀ? ਔਰ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਜ਼ਰੂਰਤ ਸੀ ਪੇਰੋਲ ਦੇ ਉੱਤੇ ਕਿ ਜਦੋਂ ਬੇਅਦਬੀਆਂ ਦੇ ਵਿੱਚ ਡੇਰਾ ਮੁਖੀ ਲੋੜੀਂਦੇ ਸੀ ਤਾਂ ਸਭ ਤੋਂ ਪਹਿਲਾਂ ਅੱਗੇ ਕਿਹੜੀ ਸਰਕਾਰ ਆਈ? ਭਾਜਪਾ ਦੀ ਹਰਿਆਣਾ ਸਰਕਾਰ ਜੀ ਨੇ ਲਿਖ ਕੇ ਦਿੱਤਾ ਕਿ ਭਾਈ ਆਓ, ਜੇ ਤੁਸੀਂ ਕੋਈ ਪੁੱਛਣਾ ਤਾਂ ਪੁੱਛ ਲਓ, ਜੇ ਲੈ ਕੇ ਜਾਣਾ ਤਾਂ ਲੈ ਕੇ ਜਾਓ। ਔਰ ਅੱਜ ਚੋਣਾਂ ਮੌਕੇ ਜੇ ਉਹਨਾਂ ਨੂੰ ਉਹਨਾਂ ਦੀਆਂ ਪਹਿਲਾਂ 6 ਪੇਰੋਲ ਜਿਹੜੀਆਂ ਹੈਗੀਆਂ ਉਹ ਅਰਜ਼ੀਆਂ ਨਕਾਰ ਦਿੱਤੀਆਂ ਗਈਆਂ ਸੀ, ਔਰ ਅੱਜ ਜੇ ਉਹਨਾਂ ਨੂੰ ਮਿਲ ਗਈ ਹੈ ਪੇਰੋਲ ਜਿਹੜੀ ਕਿ ਉਹਨਾਂ ਦੇ ਆਪਦੇ ਨਿੱਜੀ ਜਿਹੜੇ ਉਹਨਾਂ ਨੇ ਆਪਦੇ ਪੱਖ ਰੱਖੇ ਆ, ਉਹਦਾ ਵਿਰੋਧ ਕੌਣ ਕਰ ਸਕਦਾ ਸੀ? ਜੀ ਸਾਰੇ ਵਿਰੋਧ ਕਰ ਸਕਦੇ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਰ ਸਕਦੀ ਸੀ, ਦੂਜੇ ਵੀ ਕਰ ਸਕਦੇ ਸੀ। ਉਹ ਜਾ ਕੇ ਵਿਰੋਧ ਕਰਦੇ ਤਾਂ ਉਹ ਨੈਚੁਰਲੀ ਉਹ ਨਾ ਮਿਲਦੀ। ਜਦੋਂ ਪੇਰੋਲ ਮਿਲ ਗਈ ਹੈਗੀ ਹੈ ਉਸ ਤੋਂ ਬਾਅਦ ਇਹ ਆਪਦਾ ਜਿਹੜੀਆਂ ਰੋਟੀਆਂ ਸੇਕਣ ਲੱਗ ਗਏ ਆ, ਜਦ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਇਹ ਇੱਕ ਕਾਨੂੰਨਨ ਪ੍ਰਕਿਰਿਆ ਹੈ, ਹਰੇਕ ਕੈਦੀ ਦਾ ਚੋਣਾਂ ਦੇ ਨਾਲ ਤੁਸੀਂ ਨਹੀਂ ਜੋੜ ਰਹੇ, ਤੁਸੀਂ ਇਲੈਕਸ਼ਨ ਤੁਹਾਨੂੰ ਕੋਈ ਨਫਾ ਨੁਕਸਾਨ ਨਹੀਂ ਹੋਏਗਾ। ਦੇਖੋ ਬਹੁਤ ਸਿੱਧਾ ਜਿਹਾ ਗਣਿਤ ਹੈ, ਇਸ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ। ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਬਾਕੀ ਗੱਲਾਂ ਕਰਨਗੇ ਧਾਲੀਵਾਲ ਸਾਹਿਬ। ਮੈਂ ਇਸ ਕਰਕੇ ਤੁਹਾਡੇ ਤੋਂ ਪਹਿਲਾਂ ਹੀ ਜਾਣਨਾ ਚਾਹੁੰਦਾ। ਦੇਖੋ ਬੀਜੇਪੀ ਦੀ ਸਰਕਾਰ ਹੈ ਔਰ ਜੇਲਾਂ ਕਿਸ ਦੇ ਅੰਡਰ ਆਉਂਦੀਆਂ ਨੇ, ਸੰਵਿਧਾਨ ਦੇ ਮੁਤਾਬਿਕ ਸਾਰਾ ਕੁਝ ਹੈ, ਉਹ ਸਭ ਨੂੰ ਪਤਾ ਹੈ। ਤੇ ਬਿਲਕੁਲ ਇਲੈਕਸ਼ਨ ਤੋਂ ਪਹਿਲਾਂ ਜੇ ਪੈਰੋਲ ਜਾਂ ਫਰਲੋ ਮਿਲ ਰਹੀ ਹੈ ਤਾਂ ਫਿਰ ਇਸ ਨੂੰ ਇਲੈਕਸ਼ਨ ਨਾਲ ਕਿਉਂ ਨਾ ਜੋੜਿਆ ਜਾਵੇ? ਇਹ ਤੁਸੀਂ ਦੱਸੋ ਨਾ। ਜੇ ਤੁਸੀਂ ਅੱਜ ਬੀਜੇਪੀ 'ਚ ਨਾ ਹੁੰਦੇ ਜਾਂ ਫਿਰ ਹੋਰ ਪੋਲੀਟੀਕਲ ਪਾਰਟੀ ਦੇ ਤੌਰ ਦੇ ਉੱਤੇ ਸਰਕਾਰ ਹੁੰਦੀ ਤਾਂ ਤੁਸੀਂ ਵੀ ਐਵੇਂ ਹੀ ਸਵਾਲ ਚੁੱਕਣੇ ਸੀ। ਜੇ ਅੱਜ ਕਾਂਗਰਸ ਦੀ ਹਰਿਆਣਾ 'ਚ ਸਰਕਾਰ ਹੁੰਦੀ ਤਾਂ ਬੀਜੇਪੀ ਨੇ ਵੀ ਐਵੇਂ ਹੀ ਸਵਾਲ ਚੁੱਕਣੇ ਸੀ। ਕਿਉਂ ਨਾ ਇਲੈਕਸ਼ਨ ਨਾਲ ਜੋੜਿਆ ਜਾਵੇ? ਨਹੀਂ, ਬਿਲਕੁਲ ਜਿਹੜਾ ਵਿਰੋਧੀ ਇਸ ਤਰੀਕੇ ਦੇ ਨਾਲ ਜੇ ਇਸ ਐਂਗਲ ਦੇ ਨਾਲ ਦੇਖ ਰਹੇ ਹੈ ਉਹਨਾਂ ਨੂੰ ਹੱਕ ਹੈ। ਪਰ ਮੈਂ ਤੁਹਾਡੇ ਦਰਸ਼ਕਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਡੇਰੇ 'ਚ ਸਾਰੇ ਜਾ ਕੇ ਆਏ ਆ। ਜਦੋਂ ਪਿੱਛੇ ਆਪਣੇ ਹੋਏ ਆ ਨਾਮ ਚਰਚਾ ਹੋਈ ਹੈ ਤਾਂ ਆਮ ਆਦਮੀ ਪਾਰਟੀ ਵੀ ਗਈ ਹੈ, ਦੂਜੇ ਵੀ ਗਏ ਹੈ। ਔਰ ਅੱਜ ਵੱਡੇ ਲੀਡਰ ਜਿਹੜੇ ਹੈਗੇ ਆ ਤੁਸੀਂ ਦੇਖਿਆ ਹੋਣਾ ਉਹ ਬਚਦੇ ਨਜ਼ਰ ਆਏ ਆ ਤੋਂ ਵੀ ਇਹ ਤਾਂ ਕਾਨੂੰਨ ਪ੍ਰਕਿਰਿਆ ਜੀ। ਇੱਕ ਪਾਸੇ ਅਟੈਕ ਵੀ ਕਰ ਰਹੇ ਆ, ਇੱਕ ਪਾਸੇ ਬਚ ਵੀ ਰਹੇ ਆ। ਤੁਸੀਂ ਇੱਕ ਪਾਸੇ ਆਓ ਨਾ, ਜਾਂ ਤਾਂ ਅਟੈਕ ਕਰੋ, ਤੁਸੀਂ ਕਹੋ ਜੀ ਇਹ ਗਲਤ ਹੈ। ਔਰ ਜੇ ਇਹਨਾਂ ਨੂੰ ਮੌਕਾ ਸੀ ਇਹ ਪੇਰੋਲ ਰੋਕ ਸਕਦੇ ਸੀ, ਸ਼੍ਰੋਮਣੀ ਕਮੇਟੀ ਵੀ ਰੋਕ ਸਕਦੀ ਸੀ, ਸਾਰੇ ਰੋਕ ਸਕਦੇ ਸੀ ਜਾ ਕੇ। ਉੱਥੇ ਤਾਂ ਕਿਸੇ ਨੇ ਵਿਰੋਧ ਨਹੀਂ ਕੀਤਾ। ਜਦੋਂ ਫੈਸਲਾ ਲੈ ਲਿਆ ਸਰਕਾਰ ਨੇ, ਉਸ ਤੋਂ ਬਾਅਦ ਬਾਹਰ ਆ ਕੇ ਰਾਜਨੀਤਿਕ ਰੋਟੀਆਂ ਆਪਦੀਆਂ ਜਿਹੜੀਆਂ ਸੇਕਣੀਆਂ ਇਹਨਾਂ ਨੇ ਸ਼ੁਰੂ ਕੀਤੀਆਂ। ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਸਾਡੇ ਨਾਲ ਗਰੇਵਾਲ ਸਾਹਿਬ ਨੇ ਐਸਜੀਪੀਸੀ ਤੋਂ, ਕਾਂਗਰਸ ਤੋਂ ਅਮਿਤ ਬਾਵਾ ਜੀ ਨੇ। ਗਰੇਵਾਲ ਸਾਹਿਬ, ਐਸਜੀਪੀਸੀ ਨੂੰ ਇਤਰਾਜ਼ ਕਿਉਂ ਹੈ? ਦੇਖੋ ਬੀਜੇਪੀ ਕਹਿੰਦੀ ਹੈ ਇਤਫਾਕ ਹੋ ਸਕਦਾ ਕਿ ਇਲੈਕਸ਼ਨ ਤੋਂ ਪਹਿਲਾਂ ਇਹ ਫਰਲੋ ਮਿਲ ਗਈ ਡੇਰਾ ਮੁਖੀ ਨੂੰ, ਪਰ ਹੈ ਤਾਂ ਕਾਨੂੰਨ ਦੇ ਮੁਤਾਬਿਕ ਕਿਸੇ ਵੀ ਸਜ਼ਾ ਯਾਫਤਾ ਕੈਦੀ ਦਾ ਅਧਿਕਾਰ ਹੈ। ਜੇਲ੍ਹ ਪ੍ਰਸ਼ਾਸਨ ਨੇ ਦੇਖਿਆ ਕਿ ਸਭ ਕੁਝ ਠੀਕ ਹੈ ਤਾਂ ਫਰਲੋ ਦੇ ਦਿੱਤੀ ਗਈ। ਦੇਖੋ ਜੀ ਗੌਰਵ ਜੀ, ਗੱਲ ਇਹ ਆ ਕਿ ਧਾਲੀਵਾਲ ਸਾਹਿਬ ਨੇ ਆਪਣੀ ਬੀਜੇਪੀ ਦਾ ਪੱਖ ਬੜੇ ਵਧੀਆ ਢੰਗ ਨਾਲ, ਬੜੇ ਇਹਨੂੰ ਸ਼ਬਦ ਨੂੰ ਗੁੱਸਾ ਨਾ ਕਰਨ, ਚਤਰਾਈ ਨਾਲ ਉਹ ਕੱਢ ਰਹੇ ਨੇ ਤੇ ਅਖੀਰ ਤੇ ਇੱਕ ਸ਼ਬਦ ਦੇ ਰਹੇ ਨੇ ਕਿ ਰੋਟੀਆਂ ਸੇਕਣ, ਸ਼੍ਰੋਮਣੀ ਕਮੇਟੀ ਰੋਟੀਆਂ ਸੇਕ ਰਹੀ ਆ। ਬੇਨਤੀ ਇਹ ਕਰਦੇ ਆ ਕਿ ਸ਼੍ਰੋਮਣੀ ਕਮੇਟੀ ਰੋਟੀਆਂ ਨਹੀਂ ਸੇਕਦੀ। ਸ਼੍ਰੋਮਣੀ ਕਮੇਟੀ ਨੂੰ ਰੋਟੀਆਂ ਸੇਕਣ ਦੀ ਕੋਈ ਲੋੜ ਨਹੀਂ, ਕਿਉਂਕਿ ਸ਼੍ਰੋਮਣੀ ਕਮੇਟੀ ਦੀ ਕੋਈ ਚੋਣ ਨਹੀਂ ਹੈਗੀ। ਠੀਕ ਹੈ, ਅਸੀਂ ਅਕਾਲੀ ਦਲ ਨਾਲ ਕਮੇਟੀ ਨੇ ਸਵਾਲ ਨਹੀਂ ਠਾਇਆ।
ਅਕਾਲੀ ਦਲ ਤੇ ਠਾਇਆ। ਨਹੀਂ, ਤੁਸੀਂ- ਮਾਫੀ ਚਾਹੁੰਦਾ ਤੁਹਾਨੂੰ ਰੋਕਦਾ ਚਲੋ ਮੈਂ। ਚਲੋ ਤੁਹਾਡਾ ਧੰਨਵਾਦ। ਪਰ ਚਲੋ ਖੈਰ, ਮੈਂ ਇੱਕ ਬੇਨਤੀ ਕਰਦਾ ਜੀ ਕਿ ਇਹ ਜਿਹੜਾ ਇਸ਼ੂ ਆ ਇਹ ਬਿਲਕੁਲ ਚੋਣਾਂ ਦੇ ਵੇਲੇ ਆਉਣਾ, ਇਹ ਆਪਣੇ ਆਪ ਦੇ ਵਿੱਚ ਇਹ ਇੱਕ ਮਤਲਬ ਸਿੱਧਾ ਆਮ ਜੀ ਗੱਲ ਆ ਕਿ ਇਹਦਾ ਕਿਸੇ ਨਾ ਕਿਸੇ ਢੰਗ ਨਾਲ ਚੋਣਾਂ ਨਾਲ ਸੰਬੰਧ ਆ। ਹੁਣ ਮੈਂ ਧਾਲੀਵਾਲ ਸਾਹਿਬ ਇੱਕ ਮੈਂ ਬੇਨਤੀ ਕਰਦਾ, ਮੈਂ ਇਹ ਗੱਲ ਕਰਦਾ ਕਿ ਦਿਨੇ ਮੇਰੀ ਹਰਜੀਤ ਸਿੰਘ ਗਰੇਵਾਲ ਸਾਹਿਬ ਨਾਲ ਗੱਲ ਹੋਈ ਸੀ, ਸਾਡੇ ਕਰਵਾਈ ਸੀ ਫੋਨ ਦੇ ਉੱਤੇ ਗੱਲਬਾਤ ਚੱਲੀ ਸੀ ਜੀ। ਉਹਨਾਂ ਨੇ ਬੜੇ ਚੰਗੇ ਢੰਗ ਨਾਲ ਕਿਹਾ ਕਿ ਇਹ ਜਿਹੜਾ ਡੇਰਾ ਬੜਾ ਚੰਗਾ ਵਾ ਤੇ ਲੋਕ ਨੇ ਜਿਹੜੇ ਇਹ ਉੱਥੇ ਪੌਦੇ ਲਾਉਂਦੇ ਆ, ਇਹ ਉੱਥੇ ਬਲੱਡ ਡੋਨੇਸ਼ਨ ਕਰਦੇ ਆ, ਗਰੀਬ ਲੋਕ ਨੇ ਪੈਸੇ ਇਕੱਠੇ ਕਰਦੇ ਆ। ਮੈਂ ਉਹਨਾਂ ਨੂੰ ਕਿਹਾ ਸੀ ਕਿ ਕੋਈ ਇਹ ਤੁਸੀਂ ਚੰਗਾ ਕੀਤਾ ਕਿ ਤੁਸੀਂ ਬੀਜੇਪੀ ਦਾ ਪੱਖ ਜਿਹੜਾ ਸਪਸ਼ਟ ਕਰਤਾ ਕੀਤਾ ਕਿ ਦੂਜੀਆਂ ਪਾਰਟੀਆਂ ਭਜਦੀਆਂ ਨਜ਼ਰ ਆ ਰਹੀਆਂ, ਚਾਹੇ ਆਮ ਆਦਮੀ ਆ ਚਾਹੇ ਕੋਈ ਹੋਰ ਆ। ਦੇਖੋ ਇਹ ਗੱਲ ਕਹਿਣ ਦੇ ਵਿੱਚ ਕਿਉਂ ਗਰੇਜ ਕਰਦੇ ਹੋ? ਪਿਛਲੇ ਸਮੇਂ ਦੇ ਵਿੱਚ ਜਿਹੜੀ ਆਪਣੀ ਹਰਿਆਣਾ ਦੇ ਵਿੱਚ ਸਰਕਾਰ ਬਣੀ ਬੀਜੇਪੀ ਦੀ, ਉਹ ਬੀਜੇਪੀ ਦੀ ਬਹੁਤ ਵੱਡਾ ਹੱਥ ਸੀ, ਕੋਈ ਬੰਦਾ ਇਨਕਾਰ ਨਹੀਂ ਸਕਦਾ ਇਸ ਗੱਲ ਨੂੰ। ਤੇ ਅੱਜ ਪੰਜਾਬ ਦੇ ਅੰਦਰ ਜਿਹੜੇ ਹਾਲਾਤ ਨੇ, ਮੇਰੀ ਗੱਲ ਪੂਰੀ ਕਰ ਲੈਣ ਦਿਓ, ਪੰਜਾਬ ਦੇ ਅੰਦਰ ਜਿਹੜੇ ਹਾਲਾਤ ਨੇ, ਗੁੱਸਾ ਨਾ ਕਰ ਧਾਲੀਵਾਲ ਸਾਹਿਬ, ਕਿ ਬੀਜੇਪੀ ਹਾਲੇ ਆਪਣੀ ਜ਼ਮੀਨ ਤਲਾਸ਼ ਰਹੀ ਆ, ਉਸ ਦੌਰਾਨ ਉਹ ਗਿਣਤੀਆਂ ਮਿਣਤੀਆਂ ਕਰਦੀ ਆ। ਤੇ ਇਸ ਬਿਲਕੁਲ ਮੌਕੇ ਦੇ ਉੱਤੇ ਉਹ ਉਹਨਾਂ ਨੂੰ ਗੁਰਮਤ ਰਾਮ ਰਹੀਮ ਨੂੰ ਇਹ ਜਿਹੜੀ ਇਹਨੂੰ ਫਰਲੋ ਕਹਿ ਦਿੰਦੇ ਆ, ਉਹ ਦਿੱਤੀ ਗਈ ਆ। ਤੇ ਇੱਕੋ ਹੀ ਗੱਲ ਮੈਂ ਕਿਹਾ ਕਿ ਗੱਲ ਖਤਮ ਕਰੂੰਗਾ ਕਿ ਜਿਹੜੀ ਫਰਲੋ ਹੁੰਦੀ ਆ, ਇਹ ਫਰਲੋ ਨੂੰ ਦੇਣ ਦੇ ਵਿੱਚ ਜੇ ਸਮਾਜ ਦੇ ਅੰਦਰ ਕੋਈ ਅਸਥਿਰਤਾ ਪੈਦਾ ਹੁੰਦੀ ਆ ਤਾਂ ਉਸ ਬੰਦੇ ਨੂੰ ਫਰਲੋ ਨਹੀਂ ਦਿੱਤੀ ਜਾਂਦੀ। ਰਾਮ ਰਹੀਮ ਜੀ ਦਾ ਮਸਲਾ ਜਿਹੜਾ ਕਿ ਉਹਨਾਂ ਦੇ ਬਾਹਰ ਆਉਣ ਨਾਲ ਪੰਜਾਬ ਸਿੱਖਾਂ ਦੀਆਂ ਭਾਵਨਾਵਾਂ ਦੇ ਵਿੱਚ ਭੜਕਾਟ ਪੈਦਾ ਹੋਏਗੀ, ਜਿਹੜੀ ਕਿ ਇੱਕ ਕੁਦਰਤੀ ਆ। ਤੁਹਾਨੂੰ ਲੱਗਦਾ ਅਸਥਿਰਤਾ ਹੋ ਸਕਦੀ ਹੈ? ਤੁਹਾਨੂੰ ਲੱਗਦਾ ਕਿ ਨਹੀਂ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਅਸਥਿਰਤਾ ਹੋ ਸਕਦੀ ਹੈ ਰਾਮ ਰਹੀਮ ਦੇ ਬਾਹਰ ਆਉਣ ਨਾਲ? ਬਾਹਰ ਤਾਂ ਇਨਫੈਕਟ ਆ ਚੁੱਕਿਆ। ਨਹੀਂ, ਦੇਖੋ ਪਿਛਲੇ ਹੋਰ ਸੀ, ਹੁਣ ਤਾਂ ਜਿਹੜੀਆਂ ਸੈੱਟ ਬਣਾਈਆਂ ਸੀ ਉਹਨਾਂ ਨੇ ਗੱਲ ਕਲੀਅਰ ਕਰਤੀ ਕਿ ਜਿਹੜੇ ਬੇਅਦਬੀ ਦਾ ਕੇਸ ਆ ਉਹ ਡੇਰੇ ਨਾਲ ਸੰਬੰਧਿਤ ਲੋਕਾਂ ਦੇ ਨਾਲ ਖੁੱਲੇ ਤੌਰ ਤੇ ਜੁੜ ਗਿਆ। ਸੋ ਇਸ ਗੱਲ ਦਾ ਸਵਾਲ ਤਾਂ ਲੋਕ ਕਰਨਗੇ, ਸਿੱਖਾਂ ਦੀਆਂ ਭਾਵਨਾਵਾਂ ਇਸ ਗੱਲ ਤੇ ਉੱਠਣਗੇ ਤਾਂ ਸਹੀ। ਸੋ ਉਸ ਤੋਂ ਬਾਅਦ ਆਪੇ ਹੀ ਇਸ ਗੱਲ ਦੇ ਜਿਵੇਂ ਕਹਿੰਦੇ ਹੁੰਦੇ ਆ ਨਤੀਜੇ ਜਿਹੜੇ ਆ ਉਹ ਅੱਜ ਪੰਜਾਬ ਦੀਆਂ ਚੋਣਾਂ ਸ਼ਾਂਤਮਈ ਹੋਣੀਆਂ ਚਾਹੀਦੀਆਂ। ਅਸੀਂ ਵੀ ਇਸ ਗੱਲ ਲਈ ਸਹਿਮਤ ਹਾਂ। ਕਾਨੂੰਨ ਮੁਤਾਬਕ ਪਰੋਲ ਮਿਲਦੀ ਆ ਜਾਂ ਨਹੀਂ ਮਿਲਦੀ ਉਹ ਵੱਖਰੀ ਗੱਲ ਆ। ਚਲੋ ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਧਾਲੀਵਾਲ ਸਾਹਿਬ ਮੈਂ ਤੁਹਾਡੇ ਕੋਲ ਵੀ ਆਉਣਾ। ਠੀਕ ਹੈ, ਇੱਕ ਸੈਕਿੰਡ, ਤੁਸੀਂ ਆਪਣੀ ਗੱਲ ਰੱਖੀ ਹੈ, ਮੈਂ ਅਮਿਤ ਬਾਵਾ ਜੀ ਦਾ ਰੁਖ ਕਰ ਲਵਾਂ, ਉਸ ਤੋਂ ਬਾਅਦ ਧਾਲੀਵਾਲ ਸਾਹਿਬ ਤੁਹਾਡੇ ਕੋਲ ਆਉਣਾ। ਅਮਿਤ ਬਾਵਾ ਜੀ, ਤੁਹਾਨੂੰ ਵੀ ਲੱਗਦਾ ਕਿ ਚੋਣਾਂ ਦੇ ਨਾਲ ਕੋਈ ਕਨੈਕਸ਼ਨ ਹੈ? ਜੇਕਰ ਕਿਸੇ ਡੇਰੇ ਜਾਂ ਕਿਸੇ ਵੀ ਸਜ਼ਾ ਯਾਫਤਾ ਕੈਦੀ ਨੂੰ ਮਿਲ ਗਈ ਫਰਲੋ ਨਿਯਮਾਂ ਦੇ ਮੁਤਾਬਿਕ, ਤਾਂ ਫਿਰ ਕਿੰਤੂ ਪਰੰਤੂ ਕਿਉਂ? ਗੌਰਵ ਜੀ, ਧਰਮ ਤੇ ਸਿਆਸਤ ਜਾਂ ਪੰਥ ਤੇ ਸਿਆਸਤ ਇੱਕ ਬਹੁਤ ਕਿਸੇ ਵੀ ਲੋਕਤੰਤਰ ਲਈ ਇੱਕ ਬਹੁਤ ਅਨਹੈਲਦੀ ਕੰਬੀਨੇਸ਼ਨ ਹੈ। ਇਹਦੇ ਤੇ ਵੱਖ-ਵੱਖ ਮੁਲਕਾਂ ਦੇ ਵੱਖ-ਵੱਖ ਯੂਨੀਵਰਸਿਟੀਆਂ ਦੇ ਸਕਾਲਰਸ ਨੇ ਵੱਖ-ਵੱਖ ਥਿਊਰੀਜ਼ ਦਿੱਤੀਆਂ ਨੇ। ਮੈਂ ਸਪੈਸੀਫਿਕ ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਇੱਕ ਥਿਊਰੀ ਕੋਟ ਕਰਦਾ ਹਾਂ। ਇੱਕ ਕੈਂਬਰਿਜ ਦੇ ਇੱਕ ਸਕਾਲਰ ਸੀਗੇ ਨੈਰੀਸਨ ਇੰਗਲਹਰਟ, ਉਹ ਥਿਊਰੀ ਕਹਿੰਦੀ ਸੀਗੀ 217 ਦੀ ਸੀਗੀ, ਹਾਇਰ ਦ ਲੈਵਲ ਆਫ ਐਗਜ਼ਿਸਟੈਂਸ਼ੀਅਲ ਇਨਸਿਕਿਉਰਿਟੀ particularly during people's formative years, the greater the likelihood that they will attend religious services, prays, meditations and consider religion central in their lives. ਤੇ ਇਹ ਗੱਲ ਕੱਲੇ ਪੰਜਾਬ ਹਿੰਦੁਸਤਾਨ ਦੀ ਨਹੀਂ, ਦੁਨੀਆ ਦੇ ਕੋਈ ਵੀ ਲੋਕਤੰਤਰ ਜਦੋਂ ਫਾਰਮੇਟਿਵ ਈਅਰ ਚ ਹੁੰਦਾ ਹੈ, ਧਰਮ ਤੇ ਸਿਆਸਤ ਕਿਤੇ ਨਾ ਕਿਤੇ ਮਿਕਸ ਹੁੰਦੇ ਨੇ ਜੀ, ਤੇ ਉਹ ਸਮਾਜ ਦੇ ਕਿਸੇ ਪਾਰਟਿਕੂਲਰ ਵਿਸ਼ੇਸ਼ ਵਰਗ ਨੂੰ ਜ਼ਿਆਦਾ ਪ੍ਰਭਾਵਿਤ ਕਰਦੇ ਨੇ, ਕਿਉਂਕਿ ਮੁੱਦੇ ਹੋਣੇ ਚਾਹੀਦੇ ਨੇ ਬੁਨਿਆਦੀ, ਜਿਨ੍ਹਾਂ ਦੀ ਅਸੀਂ ਕਾਂਗਰਸ ਪਾਰਟੀ ਜਾਂ ਹੋਰ ਵੀ ਕਈ ਰਾਜਨੀਤਿਕ ਪਾਰਟੀਆਂ ਗੱਲ ਕਰਦੀਆਂ ਨੇ। ਅਸੀਂ ਗੱਲ ਡਿਵੈਲਪਮੈਂਟ ਦੀ, ਹੋਰ ਇਸ਼ੂਜ਼ ਦੀ ਕਰਦੀਆਂ ਨੇ, ਤੇ ਇਹ ਬੜਾ ਅਨਫੋਰਚੂਨੇਟ ਹੈ, ਨਹੀਂ ਹੋਣਾ ਚਾਹੀਦਾ। ਪਹਿਲੀ ਗੱਲ। ਦੂਜੀ ਗੱਲ, ਜਦੋਂ ਅਸੀਂ ਗੱਲ ਕਰਦੇ ਹਾਂ ਡੇਰਾ ਸੱਚਾ ਸੌਦਾ ਦੇ ਮੁਖੀ ਦੀ ਫਰਲੋ ਬਾਰੇ ਜੀ, ਮੈਂ ਸਮਝਦਾ ਇਹ ਸਮਾਂ, ਅੱਜ ਇਹ ਮੂਮੈਂਟ, ਇਹ ਲਮਹਾ, ਇਹ ਬਹੁਤ ਇਮੈਚਿਓਰ ਤੇ ਬਹੁਤ ਜਲਦਬਾਜ਼ੀ ਵਾਲਾ ਹੋਏਗਾ ਇਸ ਗੱਲ ਨੂੰ ਇਤਫਾਕ ਜਾਂ ਸਾਜ਼ਿਸ਼ ਕਰਾਰ ਦੇ ਦੇਣਾ। ਕਿਉਂਕਿ ਇਹ ਗੱਲ ਸਹੀ ਹੈ ਕਿ ਕਾਨੂੰਨ ਦੇ ਵਿੱਚ ਪ੍ਰਾਵਧਾਨ ਤਾਂ ਹੈ ਉਹਨਾਂ ਦੇ ਬਾਹਰ ਆਉਣ ਦਾ, ਪਰ ਉਹ ਬਾਹਰ ਆ ਕੇ ਕੀ ਉਹ ਕਿਸੇ ਸਿਆਸੀ ਪਾਰਟੀ ਨੂੰ ਫਤਵਾ ਦਿੰਦੇ ਆ, ਕੀ ਉਹ ਆਪਣੇ ਫਾਲੋਅਰਸ ਨੂੰ ਕੋਈ ਇੰਡੀਕੇਟਰ ਦਿੰਦੇ ਆ ਜਾਂ ਨਹੀਂ ਦਿੰਦੇ, ਜਾਂ ਉਹ ਜਿਵੇਂ ਕਿ ਕਿਹਾ ਜਾ ਰਿਹਾ ਹੈ ਕਿ ਉਹ ਸਿਰਫ ਆਪਣਾ ਇੱਕ ਆਪਣੇ ਮਾਤਾ ਜੀ ਨੂੰ ਮਿਲਣ ਆਏ ਆ ਜਾਂ ਆਪਣੇ ਕਿਸੇ ਹੋਰ ਰੀਜ਼ਨ ਨਾਲ ਆਏ ਨੇ। ਤਾਂ ਮੈਂ ਸਮਝਦਾ ਓਨਲੀ ਸਮਾਂ ਆਉਣ ਵਾਲੇ ਜਿਹੜੇ ਅਗਲੇ ਦਿਨ ਨੇ
ਉਹ ਦੱਸਣਗੇ ਕਿ ਇਹ ਸਾਜ਼ਿਸ਼ ਹੈ ਜਾਂ ਇਹ ਇੱਕ ਕੋਇਨਸੀਡੈਂਸ ਹੈ। ਠੀਕ ਹੈ। ਤਾਂ ਇਸ ਮੂਮੈਂਟ ਤੇ ਇਹਨੂੰ ਕੋਈ ਬਹੁਤ ਜ਼ਿਆਦਾ ਹਾਈਲਾਈਟ ਕਰਨਾ ਜਾਂ ਇਹਨੂੰ ਬਹੁਤ ਆਪਣਾ ਇੰਟਰਪ੍ਰੀਟੇਸ਼ਨਸ ਕੱਢਣੇ ਵੁੱਡ ਬੀ ਟੂ अर्ਲੀ। ਤੁਹਾਡੇ ਬਿਆਨ ਲੱਗ ਰਿਹਾ ਕਿ ਕਾਂਗਰਸ ਬਹੁਤ ਸੇਫ ਚੱਲ ਰਹੀ ਹੈ, ਕਿਉਂਕਿ ਡੇਰੇ ਦੀ ਵੋਟ ਤਾਂ ਹੈ, ਤੁਹਾਨੂੰ ਵੀ ਪਤਾ ਹੈ, ਬਹੁਤ ਸੇਫ ਚੱਲ ਰਹੀ ਹੈ। ਦੇਖੋ ਗੌਰਵ ਜੀ, ਇੱਕ ਗੱਲ ਤੁਸੀਂ ਜਾਣਦੇ ਹੋ, ਇਕੱਲੇ ਇਸ ਡੇਰੇ ਦੀ ਗੱਲ ਨਾ ਕਰੀਏ, ਸਾਰੇ ਹੀ ਮੈਂ ਪਹਿਲਾਂ ਉਹ ਥਿਉਰੀ ਤਾਂ ਹੀ ਕੋਟ ਕੀਤੀ ਸੀਗੀ, ਸਾਰੇ ਧਾਰਮਿਕ ਸੰਗਠਨ, ਪੰਥਕ, ਦੂਜੇ ਮਤਲਬ ਛੋਟੇ ਤੋਂ ਛੋਟੇ, ਵੱਡੇ ਤੋਂ ਵੱਡੇ, ਹਰ ਇੱਕ ਦੀ ਆਪਣੀ ਫੋਲੋਇੰਗ ਹੈ। ਤੇ ਸਿਆਸਤਦਾਨ ਕਿਸੇ ਵੀ ਪਾਰਟੀ ਦੇ ਹੋਣ, ਇਲੈਕਸ਼ਨ ਦਾ ਸਮਾਂ ਤਾਂ ਇਦਾਂ ਹੁੰਦਾ ਗੌਰਵ ਜੀ, ਜਿਵੇਂ ਕੋਈ ਟਰੱਕ ਡਰਾਈਵਰ ਹਾਈਵੇ ਤੇ ਜਾ ਰਿਹਾ ਹੁੰਦਾ ਨਾ, ਜਵਾਕਾਂ ਨੇ ਖੇਡਦਿਆਂ ਨੇ ਕਿਤੇ ਜੇ ਇੱਟਾਂ ਦਾ ਕੋਈ ਬਣਾਤਾ ਤੇ ਰੰਗ ਗਿਰ ਗਿਆ, ਉੱਥੇ ਵੀ ਪੀਰ ਦੇਖ ਕੇ ਡਰਾਈਵਰ ਮੱਥਾ ਟੇਕ ਦਿੰਦਾ ਵੀ ਮੈਂ ਸੁੱਖ ਸ਼ਾਂਤੀ ਆਪਣਾ ਚੱਕਰ ਲਾ ਆਇਆ ਵਾਂ। ਉਹ ਹਾਲ ਸਿਆਸਤਦਾਨ ਦਾ ਹੁੰਦਾ ਇਲੈਕਸ਼ਨਾਂ ਦੇ ਦੌਰ ਦੇ ਵਿੱਚ। ਇਹ ਅਲੱਗ ਗੱਲ ਹੈ ਪਾਰਟੀਆਂ ਦੀ ਵੀ, ਕੋਈ ਕਿਸੇ ਪਾਰਟੀ ਦਾ, ਕੋਈ ਕਿਸੇ ਪਾਰਟੀ ਦਾ। ਸੋ ਲੇਕਿਨ ਹਲੇ ਇਸ ਮੂਮੈਂਟ ਤੇ ਜੇ ਅਸੀਂ ਗੱਲ ਕਰੀਏ ਕਿ ਇਹਨੂੰ ਟੋਟਲੀ ਅਸੀਂ ਕਿਸੇ ਡਾਇਰੈਕਸ਼ਨ ਕੋਈ ਅਮਿਤ ਬਾਵਾ ਜੀ, ਆਈ ਮਸਟ ਸੇ ਕਿ ਇਹ ਬੜੀ ਪ੍ਰੈਕਟੀਕਲ ਗੱਲ ਕੀਤੀ ਹੈ ਤੁਸੀਂ, ਚੰਗਾ ਲੱਗਿਆ, ਲੋਕਾਂ ਨੂੰ ਵੀ ਚੰਗਾ ਲੱਗਿਆ ਹੋਏਗਾ ਕਿ ਬਹੁਤ ਬਚਦੇ ਬਚਾਉਂਦੇ ਚੀਜ਼ਾਂ ਹੁੰਦੀਆਂ ਨੇ, ਔਰ ਇਹ ਵੀ ਸਮਝਦੇ ਨੇ ਲੋਕ ਕਿ ਜਿਹੜੀ ਹਰ ਵੋਟ ਮਾਇਨੇ ਰੱਖਦੀ ਹੈ, ਉਹ ਚਾਹੇ ਹੁਣ ਡੇਰੇ ਦੀ ਹੋਵੇ, ਚਾਹੇ ਡੇਰੇ ਦੇ ਵਿਰੋਧੀਆਂ ਦੀ ਹੋਵੇ। ਇਹ ਤੁਸੀਂ ਤੁਹਾਡੇ ਮਤਲਬ ਤਾਂ ਕਹਿਣ ਦਾ ਇਹੀ ਹੋਇਆ ਨਾ ਕਿ ਵੋਟ ਤਾਂ ਹਰ ਮਾਇਨੇ ਰੱਖਦੀ ਹੈ, ਔਰ ਹਰ ਦਰ ਤੇ ਫਿਰ ਮੱਥਾ ਟੇਕਦੇ ਨੇ ਸਿਆਸਤਦਾਨ। ਚਲੋ ਤੁਹਾਨੂੰ ਲੱਗਦਾ ਕਿ ਇਲੈਕਸ਼ਨ ਨਾਲ ਜੋੜਿਆ ਜਾਵੇ ਇਸ ਨੂੰ? ਮੈਂ ਨਹੀਂ ਸਮਝਦਾ ਇਹ ਮੂਵਮੈਂਟ ਤੇ ਜੋੜਿਆ ਜਾਣਾ ਚਾਹੀਦਾ ਹੈ, ਹਲੇ ਥੋੜਾ ਜਿਹਾ ਵੇਟ ਕਰਨੀ ਚਾਹੀਦੀ ਹੈ, ਦੇਖਣਾ ਚਾਹੀਦਾ ਵੀ। ਨਹੀਂ, ਜਿਹੜੀ ਤੁਸੀਂ ਗੱਲ ਕਹੀ ਨਾ, ਨਹੀਂ ਅਮਿਤ ਬਾਵਾ ਜੀ, ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾਉਣਾ, ਜਿਹੜੀ ਤੁਸੀਂ ਗੱਲ ਕਹੀ ਕਿ ਆ ਕੇ ਡੇਰਾ ਜਿਹੜੇ ਮੁਖੀ ਨੇ ਉਹ ਸਿੱਧੇ ਤੌਰ ਕੋਈ ਆਪਣੇ ਫਾਲੋਅਰਸ ਨੂੰ ਮੈਸੇਜ ਦਿੰਦੇ ਨੇ ਜਾਂ ਫਿਰ ਡੇਰੇ ਦੇ ਵੱਲੋਂ ਕੋਈ ਮੈਸੇਜ ਅੰਦਰ ਖਾਤੇ ਦਿੱਤਾ ਜਾਂਦਾ, ਇਹ ਤਾਂ ਜੇਲ੍ਹ ਦੇ ਅੰਦਰੋਂ ਵੀ ਹੋ ਸਕਦਾ ਸੀ। ਜੇਲ੍ਹ ਦੇ ਅੰਦਰ ਵੀ ਮੈਨੂੰ ਲੱਗਦਾ ਕਿ 20 ਦਿਨ ਪਹਿਲਾਂ ਇੱਕ ਚਿੱਠੀ ਆਈ ਹੈ ਜਿਸ ਦੇ ਵਿੱਚ ਰਾਮ ਰਹੀਮ ਨੇ ਜ਼ਿਕਰ ਕੀਤਾ ਸੀ, ਜੋ ਸਲਾਬਤਪੁਰਾ ਡੇਰੇ ਦੇ ਵਿੱਚ ਪੜ੍ਹ ਕੇ ਸੁਣਾਈ ਗਈ ਕਿ ਜਲਦ ਤੁਹਾਡੇ ਦਰਸ਼ਨ ਹੋਣਗੇ ਜੇ ਰੱਬ ਨੇ ਚਾਹਿਆ ਤਾਂ ਉਸ ਤਰੀਕੇ ਨਾਲ ਚਿੱਠੀ ਤਾਂ ਅੰਦਰੋਂ ਆ ਸਕਦੀ ਸੀ। ਉਹ ਤਾਂ ਫਿਰ ਕੋਈ ਦਿੱਕਤ ਨਹੀਂ, ਜੇ ਕਿਸੇ ਨੂੰ ਸਮਰਥਨ ਦੇਣਾ ਹੀ ਹੋਇਆ ਤਾਂ ਉਹ ਤਾਂ ਡੇਰੇ ਦੇ ਅੰਦਰੋਂ ਵੀ, ਜੇਲ੍ਹ ਦੇ ਅੰਦਰੋਂ ਵੀ ਆ ਸਕਦੀ ਸੀ। ਮੈਂ ਇਹੀ ਗੱਲ ਗੌਰਵ ਜੀ ਤੁਹਾਡੀ ਗੱਲ ਨੂੰ ਅੱਗੇ ਵਧਾ ਰਿਹਾ, ਇਹੀ ਮੈਂ ਪਹਿਲਾਂ ਕਹਿ ਰਿਹਾ ਸੀਗਾ, ਹਲੇ ਥੋੜੇ ਦਿਨ ਆਬਜ਼ਰਵ ਕਰੀਏ ਕਿ ਹੋ ਸਕਦਾ ਕਿ ਇਹ ਕੋਇਨਸੀਡੈਂਸ ਹੋਏ। ਠੀਕ ਹੈ, ਮਤਲਬ ਇਹਦੇ ਚ ਇਹਨੂੰ ਆਊਟਰਾਈਟਲੀ ਰਿਜੈਕਟ ਕਰ ਦੇਣਾ ਕਿ ਨਹੀਂ ਜੀ ਇਹ ਤਾਂ ਪੱਕੀ ਸਾਜ਼ਿਸ਼ ਹੈ, that would be too early ਇਸ ਮੋਮੈਂਟ ਤੇ। ਠੀਕ ਹੈ ਧਾਲੀਵਾਲ ਸਾਹਿਬ, ਪ੍ਰੋਬੇਬਿਲਿਟੀ ਹੈ। ਠੀਕ ਹੈ, ਪ੍ਰੋਬੇਬਿਲਿਟੀ ਹੈ। ਧਾਲੀਵਾਲ ਸਾਹਿਬ, ਤੁਸੀਂ ਗਰੇਵਾਲ ਸਾਹਿਬ ਦਾ ਜਵਾਬ ਵੀ ਦੇਣਾ ਚਾਹ ਰਹੇ ਸੀ, ਮੈਂ ਉਸ ਤੋਂ ਬਾਅਦ ਅਗਲਾ ਸਵਾਲ ਪੁੱਛੂੰਗਾ। ਨਹੀਂ, ਮੈਂ ਗਰੇਵਾਲ ਸਾਹਿਬ ਨੂੰ ਤਾਂ ਸਤਿਕਾਰ ਸਹਿਤ ਇੰਨੀ ਗੱਲ ਹੀ ਕਹਿਣੀ ਚਾਹਣਾ ਕਿ ਜਿਹੜਾ ਮੈਂ ਐਸਜੀਪੀਸੀ ਤੇ ਬਿਲਕੁਲ ਕੋਈ ਇਲਜ਼ਾਮ ਨਹੀਂ ਲਗਾਇਆ, ਮੈਂ ਅਕਾਲੀ ਦਲ ਬਾਰੇ, ਰਾਜਸੀ ਪਾਰਟੀਆਂ ਬਾਰੇ ਗੱਲ ਕੀਤੀ ਹੈ, ਕਿਉਂਕਿ ਐਸਜੀਪੀਸੀ ਸਾਡੀ ਸਰਬੌਰ ਪੰਥਕ ਜਥੇਬੰਦੀ ਹੈ ਔਰ ਉਹਦਾ ਸਤਿਕਾਰ ਕਰਦੇ ਹਾਂ ਔਰ ਹਮੇਸ਼ਾ ਕਰਦੇ ਰਹਾਂਗੇ, ਸਿਰ ਝੁਕਾ ਕੇ ਕਰਦੇ ਹਾਂ। ਪਰ ਇੰਨੀ ਗੱਲ ਮੈਂ ਜ਼ਰੂਰ ਕਹੀ ਹੈ ਕਿ ਉੱਥੇ ਜਾ ਕੇ ਆਪਾਂ ਲਾ ਸਕਦੇ ਸੀ, ਐਸਜੀਪੀਸੀ ਵੀ ਰੋਕ ਸਕਦੀ ਸੀ, ਅਧਿਕਾਰ ਸੀ ਆਪਣੇ ਕੋਲੇ ਜਦੋਂ ਉਹਨਾਂ ਦੀ ਪੇਰੋਲ ਨੂੰ। ਤੇ ਜਿਹੜੀ ਗੱਲ ਕਾਂਗਰਸ ਦੇ ਪ੍ਰਵਕਤਾ ਹੁਣ ਗੱਲ ਕਹਿ ਰਹੇ ਆ ਬਚਦੇ ਬਚਾਉਂਦੇ, ਠੀਕ ਹੈ, ਕੁਝ ਇਹਨਾਂ ਦੇ ਲੋਕ ਇਲਜ਼ਾਮ ਲਾ ਰਹੇ ਆ ਭਾਰਤੀ ਜਨਤਾ ਪਾਰਟੀ ਤੇ, ਕੁਝ ਬਚ ਰਹੇ ਆ, ਇਸੇ ਤਰੀਕੇ ਨਾਲ ਹੀ ਸਿਆਸਤ ਜਿਹੜੀ ਆ ਚੱਲਣੀ ਆ। ਪਰ ਇੱਕ ਗੱਲ ਉਹਨਾਂ ਨੇ ਬੜੀ ਅੱਛੀ ਕਹੀ ਆ, ਮੈਂ ਸਹਿਮਤ ਹਾਂ ਉਹਨਾਂ ਦੀ ਗੱਲ ਦੇ ਨਾਲ, ਕਿ ਇਹ ਡਿਪੈਂਡ ਕਰੂਗਾ ਜਿਹੜੋ ਕੀ ਉਹ ਪੰਜਾਬ ਆਉਂਦੇ ਆ, ਉਹਨਾਂ ਦੀ ਜਿਹੜੀ ਪੇਰੋਲ ਹੈ ਉਹ ਕਿਸ ਸ਼ਰਤਾਂ ਦੇ ਆਧਾਰ ਤੇ ਦਿੱਤੀ ਗਈ ਹੈ। ਉਹ ਸ਼ਰਤਾਂ ਜ਼ਰੂਰ ਤੁਸੀਂ ਦਰਸ਼ਕਾਂ ਨੂੰ ਦੱਸੋ, ਕਿਉਂਕਿ ਜਦੋਂ ਉਹ ਸ਼ਰਤਾਂ ਤੁਸੀਂ ਦਰਸ਼ਕਾਂ ਦੇ ਸਾਹਮਣੇ ਡਿਸਪਲੇ ਕਰੋਗੇ ਤਾਂ ਭਾਰਤੀ ਜਨਤਾ ਪਾਰਟੀ ਦੀ ਮਨਸ਼ਾ ਜਿਹੜੀ ਹੈ ਉਹ ਦਰਸ਼ਕਾਂ ਦੇ ਸਾਹਮਣੇ ਆ ਜੂ। ਕਿਉਂ ਇੱਕ ਜਿਹੜਾ ਗੁਰੂਗ੍ਰਾਮ ਦੇ ਇੱਕ ਉੱਥੋਂ ਉਹਨਾਂ ਦੇ ਡੇਰੇ ਤੱਕ ਹੀ ਸੀਮਤ ਨੇ, ਕੋਈ ਇਕੱਠ ਨਹੀਂ ਕਰ ਸਕਦੇ, ਕਿਸੇ ਨੂੰ ਕੁਝ ਕਹਿ ਨਹੀਂ ਸਕਦੇ, ਉਹ ਸਾਰੀਆਂ ਜਿਹੜੀਆਂ ਉਹਨਾਂ ਤੇ ਬੰਦਸ਼ਾਂ ਲਾਈਆਂ ਗਈਆਂ, ਉਹਦੇ ਤੋਂ ਸਪਸ਼ਟ ਹੁੰਦਾ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹੈਗਾ ਉਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਉਹ ਸਰਕਾਰ ਦਾ ਇੱਕ ਬੰਦਿਸ਼ਾਂ ਦਾ ਵਿਹਾਰ ਹੈ। ਨਹੀਂ, ਔਰ ਉਹ ਸਿੰਪਲ ਨਹੀਂ। ਧਾਲੀਵਾਲ ਸਾਹਿਬ, ਮੈਂ ਤੁਹਾਨੂੰ ਥੋੜਾ ਜਿਹਾ ਅਪਡੇਟ ਕਰਦਾ, ਜੋ ਰਣਜੀਤ ਚੌਟਾਲਾ ਨੇ ਹਰਿਆਣਾ ਦੇ ਜੇਲ੍ਹ ਮੰਤਰੀ, ਉਹਨਾਂ ਨੇ ਇਹ ਬਿਆਨ ਦਿੱਤਾ ਕਿ ਹਰਿਆਣਾ 'ਚ ਕਿਤੇ ਵੀ ਜਾ ਸਕਦੇ ਨੇ। ਹੁਣ ਪੰਜਾਬ ਆਉਣਗੇ, ਪੰਜਾਬ ਜੇ ਆਉਂਦੇ ਨੇ ਤਾਂ ਫਿਰ ਕੀ ਸਥਿਤੀ ਬਣੇਗੀ, ਇਹ ਤਾਂ ਬਹੁਤ ਵੱਡਾ ਸਵਾਲ ਹੈ ਨਾ। ਤੁਸੀਂ ਐਸਜੀਪੀਸੀ ਨੂੰ ਲੈ ਕੇ ਤਾਂ ਬਹੁਤ ਸੌਫਟ ਹੋ, ਪਰ ਐਸਜੀਪੀਸੀ ਪਤਾ ਕਿੰਨਾ ਕਰੜਾ ਰੁਖ ਅਖਤਿਆਰ ਕਰ ਰਹੀ ਹੈ ਇਸ ਦੇ ਉੱਤੇ। ਉਹ ਕਹਿ ਰਹੀ ਹੈ ਕਿ ਬੀਜੇਪੀ ਸਿਆਸੀ ਖੇਡ ਰਹੀ ਹੈ, ਰਾਜਸੀ ਖੇਡ ਰਹੀ ਹੈ ਬੀਜੇਪੀ। ਐਸਜੀਪੀਸੀ ਦੀ ਸਟੇਟਮੈਂਟ ਆਈ ਹੈ। ਧਾਲੀਵਾਲ ਸਾਹਿਬ, ਮੇਰੀ ਚਾਵਲਾ ਸਾਹਿਬ ਨਾਲ ਡਿਬੇਟ ਹੋਈ ਹੈ ਔਰ ਬੜੇ ਸਖਤ ਉਹਨਾਂ ਨੇ ਸ਼ਬਦ ਮੇਰੇ ਲਈ ਵੀ ਵਰਤ ਲਏ, ਪਰ ਮੈਂ ਨਹੀਂ ਇਸ ਤਰ੍ਹਾਂ ਦੀ ਗੱਲ ਕੋਈ ਕਰਨਾ ਚਾਹੁੰਦਾ। ਜਿੱਥੇ ਵੀ ਅੱਜ ਜੇ ਆਪਾਂ ਇਹ ਗੱਲ ਕਰੀਏ ਵੀ ਉਹਨਾਂ ਦਾ ਪੰਜਾਬ 'ਚ ਚੋਣਾਂ, ਪੰਜਾਬ ਦੇ ਵਿੱਚ ਤਾਂ ਉਹ ਆਉਂਦੇ ਨਹੀਂ, ਰਹਿਣਾ ਤਾਂ ਉਹਨਾਂ ਨੇ ਹਰਿਆਣੇ 'ਚ ਹੈ ਔਰ ਸੀਮਤ ਨੇ, ਉਹਨਾਂ ਦੀ ਪੇਰੋਲ ਦੀਆਂ ਸ਼ਰਤਾਂ 'ਚ ਸੀਮਤ ਹੈ ਇਹ ਗੱਲ ਕਿ ਇੱਥੋਂ ਤੱਕ ਉਹ ਰਹਿ ਸਕਦੇ, ਇੱਥੋਂ ਅੱਗੇ ਨਹੀਂ ਉਹ ਜਾ ਸਕਦੇ। ਉਹ ਸ਼ਰਤਾਂ ਆਪਾਂ ਪੜਾਂਗੇ ਤਾਂ ਇਹ ਗੱਲ ਸਪਸ਼ਟ, ਜਿਵੇਂ ਹੁਣ ਕਹਿ ਸੀ ਕਾਂਗਰਸ ਦੇ ਪ੍ਰਵਕਤਾ, ਇਹ ਗੱਲਾਂ ਸਾਬਤ ਹੋ ਜਾਣਗੀਆਂ। ਡਿਬੇਟ ਆਪਾਂ ਨੂੰ ਕਰਨ ਦੀ ਲੋੜ ਹੀ ਨਹੀਂ ਹੈਗੀ ਕਿ ਉਹ ਜਿਹੜਾ ਇੱਕ ਕੈਦੀ ਆ ਬਾਹਰ ਆਇਆ ਉਹਦੇ ਅੰਦਰ ਚਲੇ ਜਾਣਾ। ਗੱਲ ਨਹੀਂ ਸਰ, ਮੈਂ ਨਹੀਂ ਇੱਕ ਪੁਆਇੰਟ ਦੇ ਉੱਤੇ ਜਾ ਕੇ ਮੰਨਦੇ ਆ ਕਿ ਨਹੀਂ ਉਹਨਾਂ ਦੇ ਵੱਲੋਂ ਕੋਈ ਮੈਸੇਜ ਦਿੱਤਾ ਜਾਏਗਾ,
ਪਰ ਇੱਕ ਮੈਸੇਜ ਤਾਂ ਆਲਰੇਡੀ ਚਲਾ ਗਿਆ ਨਾ, ਇਹ ਤੁਸੀਂ ਮੰਨਦੇ ਹੋ ਕਿ ਨਹੀਂ? ਮੈਂ ਅਮਿਤ ਬਾਬਾ ਜੀ ਦਾ ਰਿਐਕਸ਼ਨ ਲੈਣਾ। ਅਮਿਤ ਬਾਬਾ ਜੀ, ਮੈਂ ਗਰੇਵਾਲ ਸਾਹਿਬ ਤੁਹਾਡੇ ਕੋਲ ਆਣਾ। ਅਮਿਤ ਬਾਬਾ ਜੀ, ਮੈਸੇਜ ਇੱਕ ਸੈਕਿੰਡ, ਜੇ ਤੁਸੀਂ ਇਹ ਮੈਸੇਜ ਮੰਨਦੇ ਹੋ ਤਾਂ ਉਹ ਡੇਰਾ ਸਮਰਥਕਾਂ 'ਚ ਇਹ ਵੀ ਮੈਸੇਜ ਹੈ ਕਿ ਜਿਹੜਾ ਡੇਰਾ ਮੁਖੀ ਨੂੰ ਅੰਦਰ ਕਰਨ ਵਾਲੇ ਪੰਜਾਬ ਪੁਲਿਸ ਨੂੰ ਫੜਾਉਣ ਵਾਸਤੇ ਐਗਰੈਸਰ ਜਿਹੜੀ ਆ ਉਹ ਭਾਜਪਾ ਹੈ, ਇਹ ਵੀ ਤਾਂ ਮੈਸੇਜ ਆ ਉਹਨਾਂ ਕੋਲੇ। ਨਹੀਂ ਠੀਕ ਹੈ, ਉਹ ਵੀ ਹੋ ਸਕਦਾ ਹੈ, ਹੋ ਸਕਦਾ 5 ਸਾਲ ਪੁਰਾਣੀ ਵੀ ਗੱਲ ਹੈ। ਨਹੀਂ, ਉਹ 5 ਸਾਲ ਪੁਰਾਣੀ ਵੀ ਗੱਲ ਹੈ, ਉਹ 5 ਸਾਲ ਪੁਰਾਣੀ ਵੀ ਗੱਲ। ਅਮਿਤ ਬਾਬਾ ਜੀ, ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਅਜੇ ਦੇਖਣਾ ਹੋਏਗਾ, ਪਰ ਇੱਕ ਮੈਸੇਜ ਦੀ ਗੱਲ ਹੁੰਦੀ ਹੈ ਨਾ, ਇੱਕ ਮੈਸੇਜ ਤੁਹਾਨੂੰ ਲੱਗਦਾ ਕਿ ਗਿਆ, ਔਰ ਮੈਂ ਸਿੱਧੇ ਤੌਰ ਤੇ ਕਹਾਂ ਕਿ ਬੀਜੇਪੀ ਦੀ ਫੇਵਰ ਵਾਲੇ ਪਾਸੇ ਮੈਸੇਜ ਗਿਆ, ਤੁਹਾਨੂੰ ਲੱਗਦਾ ਇਸ ਤਰੀਕੇ ਨਾਲ ਹੋਇਆ ਕੁਝ? ਗੌਰਵ ਜੀ, ਮੈਂ ਸਮਝਦਾ ਇਹ ਸਿਰਫ ਇੱਕ ਇੰਟਰਪ੍ਰੀਟੇਸ਼ਨ ਹੈ। ਇਹ ਅਸੀਂ ਆਪਣੀ ਕਨਵੀਨੀਅੰਸ ਦੇ ਮੁਤਾਬਕ ਆਪਾਂ ਲੱਗਦੇ ਹਾਂ, ਜੋੜ ਸਕਦੇ ਹਾਂ, ਬਟ ਜਦੋਂ ਤੱਕ ਕੋਈ ਅਫੀਸ਼ੀਅਲ ਜਾਂ ਕੋਈ, ਦੇਖੋ ਜਿੱਥੇ ਤੱਕ ਮੈਸੇਜ ਦੇਣ ਦਾ ਸਵਾਲ ਹੈ, ਡੇਰਾ ਮੁਖੀ ਤਾਂ ਚਲੋ ਇੱਕ ਡਿਫਰੈਂਟ ਤਰ੍ਹਾਂ ਦੇ ਕ੍ਰਿਮੀਨਲ ਹੈ ਜਾਂ ਕਿਸੇ ਹੋਰ ਆਰੋਪ ਦੇ ਵਿੱਚ ਨੇ। ਵੱਡੇ ਗੈਂਗਸਟਰ ਆਪਾਂ ਰੋਜ਼ ਦੇਖਦੇ ਹਾਂ ਜੇਲ੍ਹਾਂ ਤੋਂ ਫੇਸਬੁੱਕ ਲਾਈਵ ਹੋ ਕੇ ਜਾਂ ਮੈਸੇਜ ਰਾਹੀਂ ਜਾਂ ਸੰਦੇਸ਼ ਖੱਬੇ ਸੱਜੇ ਪਹੁੰਚਾ ਦਿੰਦੇ, ਤੇ ਆਪਾਂ ਇਹਨੂੰ ਇਸ ਤਰ੍ਹਾਂ ਨਾਲ ਲਿੰਕ ਕਰ ਲਈਏ ਉਹਨਾਂ ਦੀ ਪੇਰੋਲ ਨੂੰ ਕਿ ਸਿਰਫ ਔਰ ਸਿਰਫ ਜੀ ਇਸੇ ਉਦੇਸ਼ ਨਾਲ ਆਏ ਆ। ਜਦੋਂ ਤੱਕ ਕੋਈ ਸਬਸਟੈਂਸ ਨਹੀਂ ਹੈਗਾ, ਇਟ ਵਿਲ ਬੀ ਵੈਰੀ ਪ੍ਰੀਮੈਚੁਰ, ਬੜਾ ਗੈਰ ਜ਼ਿੰਮੇਵਾਰ ਹੋਏਗਾ ਇਹੋ ਜਿਹਾ ਐਲੀਗੇਸ਼ਨ ਲਾ ਦੇਣਾ ਜਾਂ ਇਹੋ ਜੀ ਕੋਈ ਮਤਲਬ ਉਹਨੂੰ ਜੋੜ ਦੇਣਾ ਦੋ ਚੀਜ਼ਾਂ ਨੂੰ। ਜਦੋਂ ਤੱਕ ਕੋਈ ਮਤਲਬ ਹਿੰਟ ਤਾਂ ਹੋਏ ਨਾ, ਹਲੇ ਕੋਈ ਇਹੋ ਜਿਹਾ ਹਿੰਟ ਨਜ਼ਰ ਆਉਂਦਾ ਨਹੀਂ ਐਜ਼ ਔਨ ਡੇਟ ਇਸ ਮੂਮੈਂਟ ਤੱਕ। ਠੀਕ ਹੈ ਗਰੇਵਾਲ ਸਾਹਿਬ, ਦੇਖੋ ਪੰਜਾਬ ਆਉਣ ਦੀ ਫਿਲਹਾਲ ਤਾਂ ਕੋਈ ਇਜਾਜ਼ਤ ਉੱਥੇ ਨਹੀਂ, ਇਹੋ ਜੀ ਕੋਈ ਖਬਰ ਨਹੀਂ ਆਈ ਕਿ ਪੰਜਾਬ ਆਉਣ ਦੀ ਇਜਾਜ਼ਤ ਉਹਨਾਂ ਨੂੰ ਹੋਏਗੀ। ਤੁਸੀਂ ਸਥਿਰਤਾ ਵਾਲੀ ਗੱਲ ਕੀਤੀ ਸੀ ਕਿ ਡੇਰਾ ਮੁਖੀ ਦੇ ਬਾਹਰ ਆਉਣ ਦੇ ਨਾਲ ਪੰਜਾਬ ਦੇ ਵਿੱਚ ਕਿਸੇ ਤਰੀਕੇ ਦਾ ਤੁਹਾਨੂੰ ਲੱਗਦਾ ਹੈ ਕਿ ਕੋਈ ਦਿੱਕਤ ਵਾਲੀ ਸਥਿਤੀ ਹੋ ਸਕਦੀ ਹੈ? ਪੰਜਾਬ ਬਹੁਤ ਇਹ ਜਾਣਿਆ ਜਾਂਦਾ ਅਮਨ ਸ਼ਾਂਤੀ ਦੇ ਲਈ, ਭਾਈਚਾਰਕ ਸਾਂਝ ਦੇ ਲਈ, ਔਰ ਆਪਾਂ 2007 ਤੋਂ ਲੈ ਕੇ ਹੁਣ ਤੱਕ ਦਾ ਵੀ ਮਾਹੌਲ ਦੇਖਿਆ ਕਿ ਬਹੁਤ ਜ਼ਿਆਦਾ ਆਊਟ ਆਫ ਕੰਟਰੋਲ ਨਹੀਂ ਹੋਇਆ। ਨਹੀਂ ਦੇਖੋ ਗੌਰਵ ਜੀ, ਅਸੀਂ ਬਿਲਕੁਲ ਨਹੀਂ ਚਾਹੁੰਦੇ, ਅਸੀਂ ਇਸੇ ਕਰਕੇ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਿ ਜੇ ਕਿਸੇ ਬੰਦੇ ਦੇ ਆਉਣ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਭਾਵਨਾ ਦੀ ਭੜਕਾਟ ਪੈਦਾ ਹੁੰਦੀ ਆ ਤਾਂ ਉਹਦੇ ਨਾਲ ਪੰਜਾਬ ਤੇ ਖਾਸ ਤੌਰ ਤੇ ਅਸੀਂ ਕਹਿੰਦੇ ਚੋਣਾਂ ਦੇ ਮੌਕਾ ਵਾ। ਇਲੈਕਸ਼ਨ ਕਮਿਸ਼ਨ ਕਿੰਨੇ ਵੱਡੇ ਪੱਧਰ ਤੇ ਇੱਥੇ ਫੋਰਸਸ ਲਾਉਂਦਾ, ਹਿੰਦੁਸਤਾਨ ਚੋਂ ਲੋਕ ਆਉਂਦੇ ਨੇ, ਕਈ ਹੁਣ ਪੰਜਾਬ ਤਾਂ ਚਲੋ ਛੋਟਾ ਵਾ, ਯੂਪੀ ਦੇ ਵਿੱਚ ਕਿੰਨੇ ਦੇ ਵਿੱਚ ਇਲੈਕਸ਼ਨ ਹੁੰਦੀ ਹੈ, ਇਸੇ ਕਰਕੇ ਹੁੰਦੀ ਆ ਤਾਂ ਕਿ ਜਿਹੜਾ ਕਿਸੇ ਤਰ੍ਹਾਂ ਦੀ ਕੋਈ ਭੜਕਾਟ ਨਾ ਹੋਵੇ। ਜਿਹੜੀ ਤੁਸੀਂ ਗੱਲ ਕੀਤੀ ਸੀ ਫੇਵਰ ਦੀ, ਦੇਖੋ ਫੇਵਰ ਦੇ ਵਿੱਚ ਤਾਂ ਕੋਈ ਮੈਸੇਜ ਦਾ ਕਲੀਅਰ ਕੱਟ ਹੀ ਚਲਿਆ ਗਿਆ ਉਹਨਾਂ ਨੂੰ। ਇਸ ਦਿਨ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਮੇਰੇ ਕੋਲ ਵੀ ਜਾਣਕਾਰੀ ਸੀ ਕਿ ਜਦੋਂ ਪਿਛਲੀ ਵਾਰ ਚਿੱਠੀ ਪੜ੍ਹ ਕੇ ਸੁਣਾਈ ਗਈ ਆ, ਉਹਨਾਂ ਦੇ ਸਾਹਮਣੇ ਇੱਕ ਮਾਹੌਲ ਤਿਆਰ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੀ ਕੋਈ ਗੱਲ ਦੇਖਣ ਵਿੱਚ ਆਊਗੀ ਕਿ ਰੂਬਰੂ ਹੋ ਕੇ ਗੱਲ ਕਰਾਂਗੇ। ਸੋ ਗੱਲ ਕਲੀਅਰ ਆ ਕਿ ਜੇਲ੍ਹ ਮੰਤਰੀ ਸਾਹਿਬ ਦਾ ਬਿਆਨ ਆ ਹਰਿਆਣਾ ਵਾਲਾ ਦਾ, ਉਹ ਕਿਤੇ ਵੀ ਜਾ ਸਕਦੇ ਆ, ਉਹ ਇਹ ਗੱਲ ਬਿਲਕੁਲ ਫੇਵਰ ਕਰਦੀ ਆ। ਨਹੀਂ ਸਰ, ਮੈਂ ਇਹ ਗੱਲ ਕਲੀਅਰ ਕਰ ਕਹਿ ਦਿੰਦਾ, ਸਾਰੇ ਪਾਸੇ ਇੱਕ ਮੈਸੇਜ ਆ ਕਿ ਇਸ ਪੈਰੋਲ ਨੂੰ ਇਸ ਮੌਕੇ ਤੇ ਲਿਆਉਣ ਦੇ ਵਿੱਚ ਬੀਜੇਪੀ ਦਾ ਅਹਿਮ ਰੋਲ ਆ। ਜੇ ਬੀਜੇਪੀ ਉਹਨੂੰ ਲੈ ਕੇ ਆਈ ਆ ਤੇ ਫਿਰ ਉਹਨਾਂ ਦੀ ਮਨਸ਼ਾ ਜਿਹੜੀ ਆ, ਉਹ ਮਨਸ਼ਾ ਕਿਤੇ ਨਾ ਕਿਤੇ ਚੋਣਾਂ ਜ਼ਰੂਰ ਹੋਏਗੀ। ਠੀਕ ਹੈ, ਮੈਂ ਅਗਲਾ ਸਵਾਲ ਤੁਹਾਡੇ ਕੋਲ ਲੈਣਾ ਹੈ। ਧਾਲੀਵਾਲ ਸਾਹਿਬ, ਇੱਕ ਛੋਟਾ ਜਿਹਾ ਰਿਐਕਸ਼ਨ। ਨਹੀਂ ਦੇਖੋ, ਮੈਂ ਤਾਂ ਸਿੱਧੀ ਗੱਲ ਪਹਿਲੇ ਹੀ ਕਰਤੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ। ਇੱਕ ਕੈਦੀ ਦਾ ਤੇ ਸਰਕਾਰ ਦਾ ਆਪਸ ਵਿੱਚ ਜੋ ਸੰਵਿਧਾਨ ਦੇ ਅਨੁਸਾਰ ਪ੍ਰਕਿਰਿਆ ਉਹੀ ਹੋਈ ਹੈ। ਇਹ ਮੈਂ ਵਿਸ਼ਵਾਸ ਦਿਵਾਉਣਾ ਚਾਹਣਾ ਗਰੇਵਾਲ ਸਾਹਿਬ ਨੂੰ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਔਰ ਯਾਦ ਰੱਖੋ ਕਿ ਅਸੀਂ ਜਿਹੜਾ ਹੈਗਾ ਲਿਖ ਕੇ ਚਿੱਠੀ ਦਿੱਤੀ ਸੀ ਪੰਜਾਬ ਸਰਕਾਰ ਨੂੰ ਕਿ ਜੇ ਤੁਹਾਨੂੰ ਲੜਿੰਦਾ ਸਾਡਾ ਕੈਦੀ ਤਾਂ ਭਾਈ ਲੈ ਜਾਓ, ਤਾਂ ਸਾਡੇ ਤੇ ਇਲਜ਼ਾਮ ਨਾ ਲਾਓ। ਗਰੇਵਾਲ ਸਾਹਿਬ ਦੇਖੋ, ਇੱਕ ਉਹ ਵੀ ਇਹ ਜ਼ਿਕਰ ਕਰ ਰਹੇ ਨੇ ਕਿ 2017 ਦੇ ਵਿੱਚ ਜਦੋਂ ਗ੍ਰਿਫਤਾਰ ਕੀਤਾ ਗਿਆ ਉਸ ਸਮੇਂ ਸਰਕਾਰ ਵੀ ਬੀਜੇਪੀ ਦੀ ਸੀ। ਅੱਜ ਤੁਹਾਨੂੰ ਲੱਗਦਾ ਕਿ ਮੈਸੇਜ ਚਲਾ ਗਿਆ, ਅੱਜ ਤੁਹਾਨੂੰ ਲੱਗਦਾ ਕਿ ਬੀਜੇਪੀ ਨੇ ਚੋਣਾਂ ਦੀ ਵਜ੍ਹਾ ਦੇ ਨਾਲ ਇਹ ਡਿਸੀਜਨ ਲੈ ਲਿਆ। ਪਰ ਉਹ ਧਾਲੀਵਾਲ ਸਾਹਿਬ ਕਹਿ ਰਹੇ ਨੇ ਕਿ 2017 ਦੇ ਵਿੱਚ ਜੋ ਕੁਝ ਹੋਇਆ ਜਾਂ ਜਦੋਂ ਗ੍ਰਿਫਤਾਰ ਕੀਤਾ ਗਿਆ ਡੇਰਾ ਮੁਖੀ ਨੂੰ, ਉਸ ਸਮੇਂ ਤਾਂ ਬੀਜੇਪੀ ਦੀ ਸਰਕਾਰ ਸੀ ਹਰਿਆਣਾ 'ਚ। ਫਿਰ ਉਹ ਵੀ ਤਾਂ ਇੱਕ ਮੈਸੇਜ ਆਲਰੇਡੀ ਲੋਕਾਂ ਦੇ ਜ਼ਿਹਨ ਵਿੱਚ ਹੋਏਗਾ। ਉਹਨਾਂ ਦੀਆਂ ਗੁਰਮੀਤ ਰਾਮ ਰਹੀਮ ਦੀਆਂ ਜਿਹੜੀਆਂ ਉਸ ਸਮੇਂ ਦੀਆਂ ਸਰਗਰਮੀਆਂ ਸੀ, ਉਹ ਸਰਗਰਮੀਆਂ ਇਸ ਦੇਸ਼ ਦੇ ਤੇ ਇਸ ਪਾਰਟੀ ਦੇ ਮਤਲਬ ਹਿੱਤ ਵਿੱਚ ਨਹੀਂ ਸਨ। ਉਹਨਾਂ ਦੀ ਜਿਹੜੀ ਸਰਗਰਮੀ ਸੀ ਉਹ ਕਿਸੇ ਵੀ ਤਰ੍ਹਾਂ ਦੇ ਵਿਸਫੋਟਕ ਹੋ ਸਕਦੀ ਸੀ। ਸੋ ਉਸ ਗੱਲ ਲਈ ਇਹ ਮਜਬੂਰ ਹੋਣਾ ਪਿਆ ਕਿ ਕੱਲ ਨੂੰ ਕੋਈ ਇਸ ਤਰ੍ਹਾਂ ਦੇ ਹੋਰ ਦਿਨ ਨਾ ਦੇਖਣੇ ਪੈ ਜਾਣ, ਕਿਉਂਕਿ ਬਹੁਤ ਸਾਰੀਆਂ ਏਜੰਸੀਆਂ ਵੀ ਉੱਥੇ ਕੰਮ ਕਰਦੀਆਂ ਸੀ, ਬਾਹਰਲੀ ਵਿਦੇਸ਼ੀ ਏਜੰਸੀਆਂ ਵੀ ਉਹਦੇ ਵਿੱਚ ਇਨਵੋਲਵ ਹੋ ਸਕਦੀਆਂ ਸੀ। ਸੋ ਬਹੁਤ ਵੱਡੇ ਪੱਧਰ ਤੇ ਉਸ ਗੱਲ ਦਾ ਕਈ ਤਰ੍ਹਾਂ ਦਾ ਪ੍ਰਭਾਵ ਜਾ ਸਕਦਾ ਸੀ ਜਿਸ ਮੌਕੇ ਤੇ ਇਹ ਜਿਹੜੇ ਫੈਸਲੇ ਲਏ ਆ, ਕਿਉਂਕਿ ਗੱਲ ਬਹੁਤ ਵੱਡੇ ਪੱਧਰ ਤੇ ਉੱਠ ਗਈ ਸੀ। ਛਤਰਪਤੀ ਜੀ ਦੇ ਕਤਲ ਦੇ ਮਾਮਲਾ
ਉੱਥੇ ਔਰਤਾਂ ਦੇ ਸ਼ੋਸ਼ਣ ਦਾ ਮਾਮਲਾ, ਸਿੱਧੇ ਸਿੱਧੇ ਤੌਰ ਤੇ ਬਹੁਤ ਕੁਝ, ਬਹੁਤ ਵੱਡੇ ਪੱਧਰ ਤੇ ਚਰਚਾ ਸੀ। ਉਸ ਨੂੰ ਵਿਰਾਮ ਦੇਣ ਵਾਸਤੇ ਜਿਹੜੀ ਸਰਕਾਰ ਨੇ ਇਹ ਫੈਸਲੇ ਕੀਤੇ ਆ। ਪਰ ਅੱਜ ਦੇ ਸਮੇਂ 'ਚ ਇਹ ਗੱਲ ਕਹਿਣ 'ਚ ਕੋਈ, ਮੈਂ ਸਮਝਦਾ ਧਾਲੀਵਾਲ ਸਾਹਿਬ, ਕੋਈ ਗਰੇਜ ਨਹੀਂ ਕਰਨਾ ਚਾਹੀਦਾ। ਕੋਈ ਇਹ 'ਚ ਗਰੇਜ ਕਾਹਦਾ ਵੀ ਤੁਸੀਂ ਸੌਫਟ ਕਾਰਨਰ ਲੈ ਰਹੇ ਹੋ, ਕੋਈ ਗੱਲ ਨਹੀਂ, ਇਹਦੇ 'ਚ ਕੀ ਹਰਜ ਆ? ਕਿਉਂਕਿ ਬੀਜੇਪੀ ਵਾਸਤੇ ਤਾਂ ਕੋਈ ਇਹ ਬਹੁਤ ਵੱਡਾ ਜਿਵੇਂ ਚੁਣੌਤੀ ਨਹੀਂ ਹੈਗੀ, ਸਿੱਖਾਂ ਵਾਸਤੇ ਤਾਂ ਹੈਗੀ ਆ। ਭਾਰਤੀ ਜਨਤਾ ਪਾਰਟੀ ਇੱਕ ਨੈਸ਼ਨਲ ਪਾਰਟੀ ਆ, ਤੇ ਉਹ ਕਹਿ ਵੀ ਦੇਗੀ ਇਹਦੇ 'ਚ ਕੀ ਹਰਜ ਆ। ਧਾਲੀਵਾਲ ਸਾਹਿਬ ਸੌਫਟ ਕਾਰਨਰ ਰੱਖਿਆ, ਇਲੈਕਸ਼ਨ ਆਈ ਆ। ਧਾਲੀਵਾਲ ਸਾਹਿਬ, ਧਾਲੀਵਾਲ ਜੀ, ਆਵਾਜ਼ ਆ ਰਹੀ ਹੈ ਮੇਰੀ? ਲੱਗ ਰਿਹਾ ਥੋੜਾ ਜਿਹਾ ਨੈਟਵਰਕ ਇਸ਼ੂ ਹੈ। ਆਵਾਜ਼ ਕੱਟੀ ਜੀ, ਪ੍ਰੋਪਰ ਸੁਣਿਆ ਨਹੀਂ ਪ੍ਰਸ਼ਨ ਜਿਹੜਾ ਹੈਗਾ। ਉਹ ਕਹਿ ਰਹੇ ਨੇ ਕਿ ਤੁਸੀਂ ਮੰਨੋ ਨਾ ਕਿ ਸੌਫਟ ਕਾਰਨਰ ਹੈ ਬੀਜੇਪੀ ਦਾ, ਕਿਉਂ ਨਹੀਂ ਹੈ ਸੌਫਟ ਕਾਰਨਰ? ਮਾਫੀ ਚਾਹੁੰਦਾ, ਆਵਾਜ਼ ਨਹੀਂ ਆ ਰਹੀ। ਧਾਲੀਵਾਲ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ? ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਚਲੋ ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਹੋਪਫੁਲੀ ਜਲਦੀ ਇਹ ਨੈਟਵਰਕ ਇਸ਼ੂ ਕਲੀਅਰ ਹੋਵੇ। ਠੀਕ ਹੈ, ਮੇਰੀ ਆਵਾਜ਼ ਆ ਰਹੀ ਹੈ ਧਾਲੀਵਾਲ ਸਾਹਿਬ? ਹੈਲੋ, ਚਲੋ ਆਪਾਂ ਦੁਬਾਰਾ ਕੋਸ਼ਿਸ਼ ਕਰਾਂਗੇ। ਅਮਿਤ ਬਾਬਾ ਜੀ ਦਾ ਰੁਖ ਕਰਦੇ ਹਾਂ। ਅਮਿਤ ਬਾਬਾ ਜੀ, ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸਰ ਹੈ ਡੇਰੇ ਦਾ, ਇਹ ਤੁਸੀਂ ਵੀ ਮੰਨੋਗੇ ਔਰ ਸਭ ਨੂੰ ਪਤਾ ਇਸ ਚੀਜ਼ ਦਾ। ਤੁਹਾਨੂੰ ਲੱਗਦਾ ਕਿ ਇਲੈਕਸ਼ਨ ਨੂੰ ਪ੍ਰਭਾਵਿਤ ਕਰ ਸਕਦਾ ਹੈ ਪੂਰਾ ਫੈਸਲਾ, ਖਾਸ ਤੌਰ ਤੇ ਮਾਲਵੇ 'ਚ, ਖਾਸ ਤੌਰ ਤੇ ਦੱਖਣ ਮਾਲਵੇ 'ਚ? ਗੌਰਵ ਜੀ, ਮੈਂ ਤੁਹਾਨੂੰ ਬਹੁਤ ਜਿਵੇਂ ਗੋਲਮੋਲ ਗੱਲ ਕਰਨ ਦਾ ਕੋਈ ਫਾਇਦਾ ਹੁੰਦਾ ਨਹੀਂ, ਖਾਸ ਤੌਰ ਤੇ ਜਦੋਂ ਅਸੀਂ ਕਿਸੇ ਇਹੋ ਜਿਹੇ ਪਲੇਟਫਾਰਮ ਤੇ ਹੋਈਏ। ਰਿਐਲਿਟੀ ਇਹ ਹੈ ਕਿ ਹਾਂ, ਜੇਕਰ ਡੇਰੇ ਵੱਲੋਂ ਕੋਈ ਅਫੀਸ਼ੀਅਲ ਫਰਮਾਨ ਕਿਸੇ ਪਾਰਟੀ ਦੇ ਹਿੱਤ ਜਾਂ ਕਿਸੇ ਦੇ ਖਿਲਾਫ ਆਉਂਦਾ ਹੈ ਤਾਂ ਉਹਦਾ ਇਲੈਕਟੋਰਲ ਪ੍ਰੋਸੈਸ ਤੇ ਪੂਰੀ ਪ੍ਰਕਿਰਿਆ ਤੇ ਵੱਡਾ ਪ੍ਰਭਾਵ ਹੋ ਸਕਦਾ ਹੈ। ਪਰ ਜੋ ਪਾਸਟ ਐਕਸਪੀਰੀਐਂਸਿਸ ਰਹੇ ਨੇ, ਮੈਂ ਸਮਝਦਾ, ਮੈਂ ਉਮੀਦ ਕਰਦਾ ਕਿ ਕਿਉਂਕਿ ਇਹ ਜਿਹੜੀ 2022 ਦੀ ਚੋਣ ਹੈ ਗੌਰਵ ਜੀ, ਇਹ ਬਹੁਤ ਸੈਂਸਿਟਿਵ ਇਲੈਕਸ਼ਨ ਹੈ। 2017-12 ਪੰਜਾਬ ਦੇ ਹਾਲਾਤ ਕੁਝ ਹੋਰ ਸੀਗੇ। ਅੱਜ ਦੀ ਇਸ ਘੜੀ ਦੇ ਵਿੱਚ ਪੰਜਾਬ ਇੱਕ ਬਹੁਤ ਜਿਵੇਂ ਕ੍ਰਿਟੀਕਲ ਸਟੇਜ ਤੇ ਖੜਾ ਹੈ। ਸਾਡੀ ਆਰਥਿਕ ਹਾਲਤ ਬਹੁਤ ਖਰਾਬ ਹੈ, ਨੌਜਵਾਨੀ ਬਾਹਰ ਭੱਜ ਰਹੀ ਹੈ। ਸਾਰੀ ਪਾਰਟੀਆਂ, ਕਾਂਗਰਸ ਪਾਰਟੀ, ਮੈਂ ਕਾਂਗਰਸ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ, ਤਾਂ ਸਾਡੇ ਪ੍ਰਧਾਨ, ਸਾਡਾ ਮੈਨੀਫੈਸਟੋ ਆਉਣ ਵਾਲਾ ਪੰਜਾਬ ਮਾਡਲ ਦੀ ਅਸੀਂ ਗੱਲ ਕਰਦੇ ਹਾਂ, ਸੂਬੇ ਦੀ ਆਮਦਨ ਵਧਾਉਣ ਦੀ ਗੱਲ ਕਰਦੇ ਹਾਂ। ਆਮ ਆਦਮੀ ਵਾਲੇ ਕਹਿੰਦੇ ਜੀ 1000 ਰੁਪਏ ਦੇ ਦਿਆਂਗੇ, ਬਿਜਲੀ ਕਰ ਦਿਆਂਗੇ। ਅਕਾਲੀ ਦਲ ਦਾ ਕੋਈ ਹੋਰ ਮੈਨੀਫੈਸਟੋ ਹੈ। ਲੇਕਿਨ ਕਿਤੇ ਨਾ ਕਿਤੇ ਚੰਗੀ ਗੱਲ ਇਹ ਹੈ ਕਿ ਇਹ ਇਲੈਕਸ਼ਨ ਹਾਲੇ ਤੱਕ ਮੁੱਦਿਆਂ ਤੇ ਲੜੀ ਜਾ ਰਹੀ ਹੈ। ਛੋਟੀ ਮੋਟੀ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਤੇ ਇਹੋ ਜਿਹੇ ਦੌਰ ਵਿੱਚ ਇਹਨੂੰ ਡੀਟਰੈਕ ਕਰਨ, ਅਗਰ ਕੋਈ ਵੀ ਪਾਰਟੀ ਸਮਝਦੀ ਹੈ ਵੀ ਕਿਸੇ ਪੰਥ ਦਾ, ਕਿਸੇ ਡੇਰੇ ਦਾ, ਕਿਸੇ ਹੋਰ ਏਜੰਸੀ ਦਾ, ਕਿਸੇ ਹੋਰ ਜਥੇਬੰਦੀ ਦਾ। ਬਾਬਾ ਜੀ ਦੇਖੋ, ਪੁਆਇੰਟ ਨੰਬਰ 2 ਇਹ ਵੀ ਹੈ। ਇੱਕ ਤਾਂ ਤੁਸੀਂ ਕਹਿ ਰਹੇ ਹੋ ਕਿ ਇਫੈਕਟ ਕਰ ਸਕਦੇ, ਨਹੀਂ ਅਮਿਤ ਜੀ ਮਾਫੀ ਚਾਹ ਰਹੇ, ਵਿਚਾਲੇ ਰੁਕ ਲਿਆ। ਦੇਖੋ, ਦੂਜਾ ਪੁਆਇੰਟ ਇਹ ਵੀ ਹੈ, ਤੁਸੀਂ ਵੀ ਮੰਨੋਗੇ ਕਿ ਇਸ ਵਾਰ ਕੋਈ ਦੋ ਪਾਰਟੀਆਂ ਦੇ ਵਿਚਾਲੇ ਮੁਕਾਬਲਾ ਨਹੀਂ, ਇੱਥੇ ਪੰਜਕੋਣੀ ਮੁਕਾਬਲਾ ਹੈ। ਔਰ ਪੰਜਕੋਣੀ ਮੁਕਾਬਲੇ ਦਾ ਮਤਲਬ ਇਹ ਹੈ ਕਿ ਹੋ ਸਕਦਾ ਹੈ ਕਿ ਵੋਟਾਂ ਦਾ ਫਰਕ ਇਸ ਵਾਰੀ ਜੋ ਜਿੱਤ ਦਾ ਅੰਤਰ ਹੈ 1000 ਹੋਵੇ, 2000 ਹੋਵੇ, ਕਈ ਸੀਟਾਂ ਤੇ 500 ਵੀ ਹੋ ਸਕਦਾ ਹੈ। ਯਾਨੀ ਜੋ ਬਹੁਤ ਵੱਡੀਆਂ ਜਿੱਤਾਂ ਸੀ, ਸ਼ਾਇਦ ਉਹ ਇਸ ਵਾਰ ਥੋੜੀਆਂ ਜਿਹੀ ਘਟ ਜਾਣ। ਤਾਂ ਫਿਰ ਡੇਰੇ ਦੀ ਵੋਟ ਜੇ 2-2, 5-5 ਹਜ਼ਾਰ ਵੀ ਇੱਕ ਉਮੀਦਵਾਰ ਨੂੰ ਡਿੱਗੀ ਤੇ ਪੂਰੇ ਸਮੀਕਰਨ ਹੀ ਬਦਲ ਦੇਗੀ। ਬਿਲਕੁਲ ਗੌਰਵ ਜੀ, ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਮੈਂ ਇਹੀ ਗੱਲ ਡਿਬੇਟ ਚ ਆਉਣ ਤੋਂ ਪਹਿਲਾਂ ਵੀ ਕਿਤੇ ਕਰ ਰਿਹਾ ਸੀਗਾ ਕਿ ਵੋਟਰਸ ਨੂੰ ਵੀ, ਲੋਕਾਂ ਨੂੰ ਜਾਗਰੂਕ ਹੋਣਾ ਪਏਗਾ। ਡੇਰਾ ਜਾਂ ਕੋਈ ਵੀ ਫੋਲੋਇੰਗ ਹੈਗੀ ਹੈ, ਉਹ ਸਾਡੀ ਨਿੱਜੀ ਫੋਲੋਇੰਗ ਹੈ। ਮੈਂ ਉਦਾਹਰਣ ਦਿੰਦਾ, ਹਿੰਦੁਸਤਾਨ ਦੇ ਵਿੱਚ ਬਾਬਾ ਰਾਮਦੇਵ ਦਾ ਯੋਗ ਦਾ ਬੜਾ ਟ੍ਰੈਂਡ ਚੱਲਿਆ ਸੀਗਾ 2011-12 ਦੇ ਦੌਰਾਨ। ਪੂਰੇ ਮੁਲਕ ਦੇ ਲੋਕ, ਮੈਂ ਸਮਝਦਾ ਕੋਈ ਕਾਂਗਰਸੀ, ਬੀਜੇਪੀ, ਕਿਸੇ ਵੀ ਪਾਰਟੀ ਦਾ ਸੀਗਾ, ਯੋਗੀ ਐਜ਼ ਅ ਯੋਗੀ ਉਹਨਾਂ ਦੇ ਫਾਲੋਅਰ ਬਣੇ। ਉਹ ਵੱਖਰੀ ਗੱਲ ਹੋਈ, ਉਹਨਾਂ ਨੇ ਲੇਟਰ ਔਨ ਸਬਸੀਕੁਐਂਟਲੀ ਆਪਣੇ ਆਪ ਨੂੰ ਇੱਕ ਪਾਰਟੀ ਵੱਲ ਝੁਕਾ ਲਿਆ ਤੇ ਉਹਦੇ परिणाम ਸਾਹਮਣੇ ਆਏ। ਪਰ ਉਹ ਕਿਤੇ ਨਾ ਕਿਤੇ ਲੋਕਾਂ ਦੀ ਫੀਲਿੰਗਸ ਨਾਲ ਇੱਕ ਖੜਵਾੜ ਸੀ। ਬਹੁਤ ਸਾਰੇ ਲੋਕ ਫਾਲੋਅਰ ਸੀ ਜਿਨ੍ਹਾਂ ਨੇ ਬਾਅਦ ਚ ਛੱਡਤਾ ਹੋਊਗਾ। ਇਹੋ ਜਿਹੀ ਚੀਜ਼ਾਂ ਪਾਸਟ ਵੀ ਦੂਜਿਆਂ ਸੰਤਾਂ ਫਕੀਰਾਂ ਦੀ ਦੇਖਣ ਨੂੰ ਆਈ ਹੈ। ਗੁਜਰਾਤ ਵਿੱਚ ਬਾਪੂ ਆਸਾਰਾਮ ਦਾ, ਉਹਨਾਂ ਦੇ ਵੀ ਇਸ਼ੂ। ਲੇਕਿਨ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ, ਮੈਂ ਸਮਝਦਾ ਪੰਜਾਬ ਦੇ ਲੋਕ ਇਹੋ ਜਿਹੀ ਚੀਜ਼ਾਂ ਨੂੰ ਹੁਣ ਸਮਾਂ ਪਾ ਕੇ, ਕਿਉਂਕਿ ਨਵੀਂ ਜਨਰੇਸ਼ਨ ਹੈ, ਇਨਫੋਰਮੇਸ਼ਨ ਟੈਕਨੋਲੋਜੀ ਦਾ ਜ਼ਮਾਨਾ ਹੈ ਗੌਰਵ ਜੀ, ਹਰ ਇੱਕ ਦੇ ਹੱਥ ਵਿੱਚ ਮੋਬਾਈਲ ਹੈ, ਬੰਦਾ ਦੇਖਦਾ ਵੀ ਅਸੀਂ ਕਿਸ ਗੱਲ ਤੇ ਗੱਲ ਹੋ ਰਹੀ ਹੈ। ਇਹ ਬਹੁਤ ਅਸਰ ਪੈ ਸਕਦਾ ਇਹਦਾ ਜੇ ਕਿਤੇ ਉਹਨਾਂ ਨੇ ਕੋਈ ਇਹੋ ਜਿਹੀ ਕੀਤੀ ਸਿਆਸੀ ਦਖਲਅੰਦਾਜ਼ੀ। ਪਰ ਲੋਕਾਂ ਨੂੰ ਅਗਰ ਅਸੀਂ ਹੁਣ ਤੋਂ ਤੁਹਾਡੇ ਮਾਧਿਅਮ ਤੋਂ, ਸਿਆਸੀ ਪਾਰਟੀਆਂ ਵੀ, ਮੈਂ ਸਮਝਦਾ ਇਹ ਤੇ ਜ਼ਿੰਮੇਵਾਰੀ ਵਾਲੀ ਗੱਲ ਹੈ। ਜਿੱਤ ਹਾਰ ਇੱਕ ਅਲੱਗ ਚੀਜ਼ ਹੁੰਦੀ ਹੈ, ਬਟ ਨਵੀਂ ਜਨਰੇਸ਼ਨ ਨੂੰ ਇੱਕ ਸਹੀ ਡਾਇਰੈਕਸ਼ਨ ਦੇਣੀ ਚਾਹੀਦੀ ਹੈ ਕਿ ਵੀ ਠੀਕ ਹੈ, ਤੁਸੀਂ ਡੇਰੇ ਜਾਂਦੇ ਹੋ, ਮੰਨਦੇ ਹੋ, ਧਾਰਮਿਕ ਆਸਥਾ ਅਲੱਗ ਰੱਖੋ। ਰਾਜਨੀਤਿਕ ਫੈਸਲੇ 'ਚ ਜੇਕਰ ਕੋਈ ਡੇਰਾ, ਕੋਈ ਵੀ ਇਹੋ ਜਿਹੀ ਇੰਸਟਰਕਸ਼ਨ ਦਿੰਦਾ ਵੀ ਹੈ ਤਾਂ ਉਹਨੂੰ ਤੁਸੀਂ
ਉਹਨੂੰ ਇਗਨੋਰ ਕਰੋ ਤੇ ਆਪਣੀ ਵਿਜ਼ਡਮ ਨਾਲ ਸੰਵਿਧਾਨ ਦੇ ਮੁਤਾਬਕ ਆਪਣੇ ਵੋਟ ਦੇ ਅਧਿਕਾਰ ਦਾ ਉਹ ਕਰੋ। ਇਹਦੇ ਚ ਹੋਣਾ ਨਹੀਂ ਚਾਹੀਦਾ, ਮੈਰੀਟੋਰੀਅਸਲੀ ਆਈਡੀਅਲ ਸਿਚੁਏਸ਼ਨ ਚ ਹੋਣਾ ਨਹੀਂ ਚਾਹੀਦਾ। ਠੀਕ ਹੈ, ਧਾਲੀਵਾਲ ਸਾਹਿਬ ਆਵਾਜ਼ ਪਹੁੰਚ ਰਹੀ ਹੋਏਗੀ ਹੋਪਫੁਲੀ ਹੁਣ। ਧਾਲੀਵਾਲ ਜੀ ਆਵਾਜ਼ ਠੀਕ ਹੈ। ਦੇਖੋ ਦੋਵੇਂ ਚੀਜ਼ਾਂ ਜਾਣਨੀਆਂ ਚਾਹੁੰਦੇ ਆ। ਇੱਕ ਤਾਂ ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਵੋਟਾਂ ਦਾ ਫਰਕ ਬਹੁਤ ਘੱਟ ਰਹਿ ਸਕਦਾ ਹੈ, ਇਸ ਕਰਕੇ ਵੀ ਡੇਰੇ ਦੀ ਹਿਮਾਇਤ ਕਿਸ ਨੂੰ ਜਾਂਦੀ ਹੈ ਉਸ ਦੇ ਉੱਤੇ ਸਭ ਦੀ ਨਜ਼ਰ ਹੋਏਗੀ। ਦੂਜਾ ਜੋ ਸਾਡੇ ਨਾਲ ਜੁੜੇ ਹੋਏ ਨੇ ਗਰੇਵਾਲ ਸਾਹਿਬ, ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਸੌਫਟ ਕਾਰਨਰ ਹੈ ਬੀਜੇਪੀ ਦਾ, ਬੀਜੇਪੀ ਮੰਨੇ ਇਸ ਚੀਜ਼ ਨੂੰ, ਡੇਰੇ ਨੂੰ ਲੈ ਕੇ ਬੀਜੇਪੀ ਦਾ ਸੌਫਟ ਕਾਰਨਰ ਹੈ। ਨਹੀਂ, ਮੈਂ ਦੇਖੋ ਗਰੇਵਾਲ ਸਾਹਿਬ ਨੂੰ ਭਰੋਸਾ ਦਿਵਾਉਣਾ ਚਾਹੁੰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਭਰੋਸਾ ਦਿਵਾਉਣਾ ਚਾਹੁੰਦਾ। ਅਸੀਂ ਸਤਿਕਾਰ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਔਰ ਸਾਡਾ ਵਿਸ਼ਵਾਸ ਹੈ ਜਿਹੜਾ ਕਿ ਅਸੀਂ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਘਟਨਾ ਹੈ ਉਹ ਬਿਲਕੁਲ ਉਹਦੇ ਨਾਲ ਅਸੀਂ ਆਪਦੇ ਆਪ ਨੂੰ ਅਲਾਈਨ ਨਹੀਂ ਕਰਦੇ। ਔਰ ਜਿਹੜੀ ਗੱਲ ਕਹਿ ਰਹੇ ਆ ਕਿ ਡੇਰੇ ਵੱਲ ਸੌਫਟ ਕਾਰਨਰ ਹੈ, ਮੈਂ ਪਹਿਲਾਂ ਹੀ ਤੁਹਾਡੇ ਦਰਸ਼ਕਾਂ ਦੇ ਸਾਹਮਣੇ ਰੱਖ ਚੁੱਕਿਆ ਕਿ ਸੌਫਟ ਕਾਰਨਰ ਕਿਵੇਂ ਹੋਊਗਾ, ਜਦੋਂ ਅਸੀਂ ਤਾਂ ਚਿੱਠੀ 'ਚ ਲਿਖ ਕੇ ਦਿੱਤਾ ਕਿ ਭਾਈ ਜੇ ਤੁਹਾਨੂੰ ਬੇਅਦਬੀ ਜ਼ਰੂਰਤ ਹੈ ਲੈ ਜਾਓ ਸਾਡੇ ਕਿਸੇ ਨੂੰ, ਉਹਦਾ ਪੰਜਾਬ ਸਰਕਾਰ ਨਿਕੰਮੀ ਨਿਕਲੀ ਲੈ ਕੇ ਨਹੀਂ ਆਈ, ਅਸੀਂ ਤਾਂ ਲਿਖ ਕੇ ਦਿੱਤਾ ਪਿਆ, ਪ੍ਰੂਫ ਹੈ ਰਿਟਨ ਇਹ। ਤਾਂ ਸਾਡੇ ਤੇ ਤਾਂ ਇਲਜ਼ਾਮ ਨਹੀਂ ਲੱਗ ਸਕਦਾ, ਕਮ ਸੋ ਕਮ ਕੋਈ ਹੋਰ ਪਾਰਟੀ ਹੁੰਦੀ ਤੁਸੀਂ ਉਹ ਤੇ ਕਹਿ ਸਕਦੇ ਸੀ। ਅਮਿਤ ਬਾਬਾ ਜੀ ਕੋਈ ਮਜਬੂਰੀ ਹੋ ਸਕਦੀ ਹੈ, ਅਕਾਲੀ ਦਲ ਦੇ ਜਾਂ ਕਾਂਗਰਸ ਦੀ ਮਜਬੂਰੀ ਹੋ ਸਕਦੀ ਕਹਿਣਾ ਕਿ ਅੱਜ ਬੀਜੇਪੀ ਤੇ ਇਲਜ਼ਾਮ ਲਾ ਕੇ ਆਪਾਂ ਜਿਹੜਾ ਹੈਗਾ ਜਿਹੜੀਆਂ ਐਂਟੀ ਡੇਰਾ ਵੋਟਸ ਹੈ ਉਹ ਕੈਸ਼ ਕਰ ਲਈਏ। ਠੀਕ ਹੈ, ਉਹ ਇੱਕ ਹੋ ਸਕਦਾ ਇਹਨਾਂ ਦਾ ਪੈਂਤਰਾ, ਪਰ ਸਾਡੇ ਤੇ ਇਲਜ਼ਾਮ ਨਹੀਂ ਲੱਗ ਸਕਦਾ ਕਿਉਂਕਿ ਅਸੀਂ ਬਹੁਤ ਸਖਤ ਰਹੇ ਹਾਂ ਇਸ ਮਾਮਲੇ 'ਚ। ਠੀਕ ਹੈ, ਕੋਈ ਵੀ 1% ਅਮਿਤ ਬਾਬਾ ਜੀ ਆਵਾਜ਼ ਤੁਹਾਡੇ ਤੱਕ ਪਹੁੰਚੀ ਹੋਏਗੀ ਹੋਪਫੁਲੀ। ਉਹ ਕਹਿ ਰਹੇ ਨੇ ਕਿ ਅਸੀਂ ਤਾਂ ਕਹਿ ਰਹੇ ਨੇ ਕਿ ਤੁਸੀਂ ਲੈ ਜਾਓ ਜੇਕਰ ਜਾਂਚ ਕਰਨੀ ਹੈ। ਗੱਲ ਇਹ ਕਿ 2017 ਚ ਬੇਅਦਬੀ ਦਾ ਮੁੱਦਾ ਬਹੁਤ ਸੁਰਖੀਆਂ ਦੇ ਵਿੱਚ ਸੀ ਔਰ ਡੇਰੇ ਦੇ ਵੱਲ ਉਂਗਲਾਂ ਉੱਠਦੀਆਂ ਰਹੀਆਂ ਨੇ, ਜਾਂਚ ਹੁਣ ਤੱਕ ਵੀ ਕੰਪਲੀਟ ਹੋਈ ਨਹੀਂ। ਗੌਰਵ ਜੀ ਇਹ ਬਿਲਕੁਲ ਇਹਨਾਂ ਦੀ ਗੱਲ ਨਾਲ ਮੈਂ ਇਤਫਾਕ ਰੱਖਦਾ ਹਾਂ, ਪਰ ਅਨਫੋਰਚੂਨੇਟਲੀ ਸਾਡਾ ਤੇ ਪੰਜਾਬ ਦਾ ਦੁਰਭਾਗ ਰਿਹਾ ਕਿ ਸਾਡੀ ਪਾਰਟੀ ਵਿੱਚ ਬੀਜੇਪੀ ਦਾ ਬੰਦਾ ਮੁੱਖ ਮੰਤਰੀ ਬਣ ਕੇ ਬੈਠਾ ਰਿਹਾ, ਸਾਡੇ ਐਮਐਲਏ ਰੌਲਾ ਪਾਉਂਦੇ ਰਹੇ ਤੇ ਇਹ ਜਿਹੜੀ ਜਾਂਚ ਦੀ ਜੋ ਨਿਰਪੱਖ ਜਾਂਚ ਦੀ ਮੰਗ ਸੀ ਉਹ ਸਿਰੇ ਨਹੀਂ ਲੱਗ ਸਕੀ। ਹਲੇ ਵੀ ਸਾਡੀ ਪਾਰਟੀ, ਸਾਡਾ ਏਜੰਡਾ, ਸਾਡੇ ਸਤਿਕਾਰਯੋਗ ਸਾਰੇ ਲੀਡਰ ਸਾਹਿਬਾਨ ਇਸ ਗੱਲ ਲਈ ਵਚਨਬੱਧ ਹੈ। ਇਹ ਲੋੜ ਪਏਗੀ ਕਾਂਗਰਸ ਪਾਰਟੀ ਕੋਈ ਵੀ ਕਿਸੇ ਪੋਜੀਸ਼ਨ ਦਾ ਬੰਦਾ ਹੋਏਗਾ, ਅਗਰ ਬੇਅਦਬੀਆਂ ਦੇ ਮੁੱਦੇ ਤੇ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਵੀ ਲੋੜ ਪਏਗੀ ਜ਼ਰੂਰ ਸਮੇਂ ਸਿਰ ਉਹਨੂੰ ਖਿੱਚ ਕੇ ਲਿਆਇਆ ਜਾਏਗਾ। ਗਰੇਵਾਲ ਸਾਹਿਬ ਦੇਖੋ 2017 ਦੇ ਇਲੈਕਸ਼ਨ ਤੋਂ ਬਾਅਦ ਡੇਰਾ ਮੁਖੀ ਅੰਦਰ ਜਾਂਦਾ ਹੈ, 2022 ਦੇ ਇਲੈਕਸ਼ਨ ਤੋਂ ਬਾਅਦ ਡੇਰਾ ਮੁਖੀ ਬਾਹਰ ਆ ਜਾਂਦਾ ਹੈ ਔਰ ਇਸ ਸਭ ਦੇ ਵਿਚਾਲੇ ਬੇਅਦਬੀ ਦਾ ਮੁੱਦਾ ਪਿਛਲੇ 5-7 ਸਾਲਾਂ ਦੇ ਵਿੱਚ ਖੂਬ ਚਰਚਾ 'ਚ ਰਿਹਾ ਹੈ ਕਿ ਬੇਅਦਬੀ ਦੇ ਮੁੱਦੇ ਨੂੰ ਮੁੜ ਤੋਂ ਸਿਆਸਤ ਦੇ ਲਈ ਵਰਤਿਆ ਜਾ ਸਕਦਾ ਹੈ ਇਹ ਪੂਰੇ ਘਟਨਾਕ੍ਰਮ ਦੇ ਵਿਚਾਲੇ। ਦੇਖੋ ਜੀ ਗੱਲ ਇਹ ਹੈ ਕਿ ਬੇਅਦਬੀ ਇੱਕ ਬਹੁਤ ਵੱਡਾ ਮੁੱਦਾ ਹੈ। ਇਸ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੋਇਆ, ਅਸੀਂ ਉਸ ਸਰਕਾਰ ਸਾਡੀ ਸੀ, ਅਸੀਂ ਉਸ ਸਮੇਂ ਸਜ਼ਾ ਨਹੀਂ ਦਵਾ ਸਕੇ। ਉਹਦੇ ਕਾਰਨ ਸੀ ਕਿ ਸੀਬੀਆਈ ਕੋਲ ਜਾਂਚ ਵਾਸਤੇ ਫੈਸਲਾ ਹੋਇਆ, ਅਸੀਂ ਉਹਨਾਂ ਨੂੰ ਦੇਤੀ ਜਾਂ ਹੋਰ ਕੁਝ ਚੱਲਦਾ ਰਿਹਾ। ਬੇਅਦਬੀ ਆਪਣੇ ਆਪ ਵਿੱਚ ਬੜਾ ਵੱਡਾ ਮੁੱਦਾ, ਇਹਨੂੰ ਲਾਈਟਲੀ ਕੋਈ ਵੀ ਨਹੀਂ ਲੈ ਸਕਦਾ। ਠੀਕ ਹੈ, ਉਹ ਮਾਮਲਾ ਇਹ ਹੈ, ਮੈਂ ਤਾਂ ਹੀ ਤਾਂ ਇਹ ਗੱਲ ਕਹਿ ਰਿਹਾ ਵੀ ਜੇ ਬੀਜੇਪੀ ਨੇ ਉਹਨਾਂ ਪ੍ਰਤੀ ਸੌਫਟ ਕਾਰਨਰ ਰੱਖਿਆ ਤਾਂ ਮੈਨੂੰ ਲੱਗਦਾ ਵੀ ਕੋਈ ਇਹਨਾਂ ਨੂੰ ਹਿਚਕਚਾਹਟ ਨਹੀਂ ਹੋਣੀ ਚਾਹੀਦੀ, ਕਿਉਂਕਿ ਬੀਜੇਪੀ ਤਾਂ ਇੱਕ ਨੈਸ਼ਨਲ ਪਾਰਟੀ ਹੈ। ਇਹਦਾ ਇਕੱਲੇ ਪੰਜਾਬ ਦੇ ਇਸ਼ੂ ਨਾਲ ਮੈਨੂੰ ਮੈਂ ਮੰਨ ਇਸ ਗੱਲ ਤੋਂ, ਪਰ ਇੱਕੋ ਪਾਰਟੀ ਦੇ ਦੋ ਲੀਡਰਾਂ ਦੇ ਵਿਚਾਰ ਵੱਖੋ ਵੱਖਰੇ ਹੋ ਸਕਦੇ। ਹੁਣ ਸਰਦਾਰ ਹਰਜੀਤ ਸਿੰਘ ਜੀ ਗਰੇਵਾਲ ਸਾਹਿਬ ਕਹਿੰਦੇ ਵੀ ਡੇਰਾ ਚੰਗਾ, ਡੇਰੇ ਲੋਕ ਚੰਗੇ ਆ, ਮੈਂ ਜਾ ਕੇ ਆਇਆ। ਹੁਣ ਮੈਂ ਇੱਥੇ ਤੁਹਾਨੂੰ ਇਹ ਵੀ ਦੱਸ ਦੇਣਾ ਕਿ ਉਹ ਜਾਨੀ ਸਾਹਿਬ ਡੇਰੇ ਵਿੱਚ ਗਏ ਨੇ, ਹੁਣ ਸਾਬਕਾ ਮੰਤਰੀ ਨੇ ਬੀਜੇਪੀ ਦੇ, ਉਹ ਕਹਿੰਦੇ ਵੀ ਮੈਂ ਸਭ ਤੋਂ ਪਹਿਲਾਂ ਡੇਰਾ ਪ੍ਰੇਮੀ ਹਾਂ। ਇਹ ਉਹਨਾਂ ਨੇ ਲਾਈਵ ਤੇ ਗੱਲਾਂ ਕੀਤੀਆਂ ਨੇ। ਸੋ ਇਹ ਗੱਲਾਂ ਕਲੀਅਰ ਕਰਦੀਆਂ ਕਿ ਬੀਜੇਪੀ ਦੇ ਸਿੱਧੇ ਤੌਰ ਤੇ ਜਿਹੜੇ ਸੰਬੰਧ ਨੇ ਤੇ ਮੰਨਣ ਚ ਕੋਈ ਗਰੇਜ ਨਹੀਂ। ਪਰ ਦੇਖੋ ਗਰੇਵਾਲ ਸਾਹਿਬ ਇਹ ਵੀ ਇੱਕ ਸੱਚ ਹੈ ਕਿ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕਈ ਪੋਲੀਟੀਕਲ ਲੀਡਰ ਫਿਰ ਦੁਬਾਰਾ ਪਹੁੰਚੇ ਹੋਣ, ਉਹ ਚਾਹੇ ਗੁਰੂਗ੍ਰਾਮ ਨਾ ਪਹੁੰਚੇ ਹੋਣ ਮੁਲਾਕਾਤ ਕਰਨ ਦੇ ਲਈ ਡੇਰਾ ਮੁਖੀ ਨੂੰ, ਹੋ ਸਕਦਾ ਹੈ ਕੋਈ ਵੱਡੀ ਗੱਲ ਨਹੀਂ, ਚੋਣਾਂ ਦਾ ਮੌਸਮ ਹੈ। ਜਿਹੜੇ ਜਾਣ ਵਾਲੇ ਸੀ ਚਲੇ ਗਏ 100% ਪਹੁੰਚਣਗੇ ਗੌਰਵ ਜੀ, ਲਿਖਾ ਕੇ ਲਿਆਓ। ਧਾਲੀਵਾਲ ਸਾਹਿਬ ਬੀਜੇਪੀ ਵਾਲੇ ਵੀ ਜਾ ਰਹੇ ਨੇ। ਗਏ ਬੀਜੇਪੀ ਵਾਲੇ, ਮੈਂ ਦੱਸਿਆ ਸੀ ਜਾਨੀ ਸਾਹਿਬ ਗਏ ਆ। ਦੇਖੋ ਬੀਜੇਪੀ ਦਾ ਹੁਣ ਜਿਵੇਂ ਜਾਨੀ ਸਾਹਿਬ ਨੇ ਕਿਹਾ ਕਿ ਮੈਂ ਡੇਰਾ ਪ੍ਰੇਮੀ ਆ ਖੁਦ, ਹੁਣ ਜੇ ਜਾਨੀ ਸਾਹਿਬ ਦਾ ਵਿਸ਼ਵਾਸ ਆ ਡੇਰੇ ਦੇ ਵਿੱਚ, ਉਹਨਾਂ ਦਾ ਨਿੱਜੀ ਤੌਰ ਤੇ ਵਿਸ਼ਵਾਸ ਹੋ ਸਕਦਾ ਡੇਰਾ ਪ੍ਰੇਮੀ ਕੋਈ ਡੇਰਾ ਪ੍ਰੇਮੀਆਂ ਨੂੰ
ਜੇ ਮੁਖੀ ਨੇ ਕੋਈ ਗੁਨਾਹ ਕੀਤਾ ਤੇ ਉਹਨੂੰ ਕਾਨੂੰਨ ਸਜ਼ਾ ਦੇ ਰਿਹਾ ਹੈ ਨਹੀਂ। ਤੇ ਕੋਈ ਡੇਰਾ ਪ੍ਰੇਮੀਆਂ ਨਾਲ ਤਾਂ ਧਾਲੀਵਾਲ ਦੁਸ਼ਮਣੀ ਨਹੀਂ ਸਾਹਿਬ, ਆਪਣੀ, ਚਲੋ। ਉਹ ਤਾਂ ਆਪਣੇ ਵਿੱਚ ਲੋਕ ਨੇ। ਨਹੀਂ ਹੈਗਾ ਤਾਂ ਡੇਰਾ ਮੁਖੀ ਤੇ ਡੇਰਾ ਪ੍ਰੇਮੀਆਂ ਨੂੰ ਵੱਖ ਨਾ ਕਰੋ, ਕਿਰਪਾ ਕਰਕੇ ਇਸ ਤਰ੍ਹਾਂ ਦੀ ਗੱਲ ਨਾ ਕਰੋ। ਤੁਹਾਡੇ ਤੋਂ ਸਾਨੂੰ ਤਾਂ ਆਸ ਹੈ ਕਿ ਤੁਸੀਂ ਸਹੀ ਨੂੰ ਸਹੀ ਕਹਿੰਦੇ ਹੋ। ਡੇਰਾ ਮੁਖੀ ਨੂੰ ਵੱਖ, ਕਿਉਂਕਿ ਉਹ ਉਹਨਾਂ ਦੇ ਕਹ ਲਓ ਗੁਰੂ ਨੇ, ਉਹਨਾਂ ਜਦੋਂ ਦੀ ਆਸਾ ਵਾ, ਜੋ ਉਹਨਾਂ ਦਾ ਸੁਭਾਅ ਵਾ, ਜੋ ਉਹਨਾਂ ਦਾ ਪਰਛਾਵਾਂ ਵਾ, ਉਹੀ ਡੇਰਾ ਪ੍ਰੇਮੀਆਂ ਦੇ ਪਏਗਾ ਨਾ। ਇਹਨੂੰ ਅਸੀਂ ਵੱਖ ਨਹੀਂ ਨਾ ਕਰ ਸਕਦੇ। ਅੱਜ ਜੇ ਤੁਸੀਂ ਪਾਰਟੀ ਦੀ ਗੱਲ ਕਰਦੇ ਹੋ, ਪਰ ਤੁਸੀਂ ਜੇ ਨਹੀਂ ਗਰੇਵਾਲ ਸਾਹਿਬ, ਜੇ ਉਹਨਾਂ ਦੇ 1 ਕਰੋੜ ਫਾਲੋਅਰਸ ਨੇ, ਉਸੇ ਕਤਾਰ 'ਚ ਲਿਆ ਕੇ ਖੜਾ ਵੀ ਨਹੀਂ ਕਰ ਸਕਦੇ। ਜਿਹੜੇ ਇਲਜ਼ਾਮ ਲੱਗ ਗਏ ਡੇਰਾ ਮੁਖੀ ਦੇ ਉੱਤੇ ਜਾਂ ਜਿਹੜੇ ਕ੍ਰਿਮੀਨਲ ਕੇਸਿਸ ਪੈ ਗਏ, ਜੇ ਉਹਨਾਂ ਦੇ 1 ਕਰੋੜ ਜਾਂ 5 ਕਰੋੜ ਫਾਲੋਅਰਸ ਨੇ ਤਾਂ 5 ਕਰੋੜ ਤਾਂ ਤੁਸੀਂ ਕ੍ਰਿਮੀਨਲ ਨਹੀਂ ਕਹਿ ਸਕਦੇ। ਸਾਰੇ ਆਪਾਂ ਨਹੀਂ ਕਰ ਸਕਦੇ। ਨਹੀਂ ਪੰਜੇ ਉਂਗਲੀਆਂ ਬਰਾਬਰ ਨਹੀਂ। ਇੰਨਾ ਵੱਡਾ ਗੌਰਵ ਜੀ ਇੰਨਾ ਵੱਡਾ ਪ੍ਰਚਾਰ ਨਾ ਕਰੋ, ਇੰਨੇ ਫਾਲੋਅਰ ਨਹੀਂ ਹੈਗੇ। ਨਹੀਂ, ਉਹ ਦਾਵਾ ਕਰਦੇ ਨੇ, ਮੈਂ ਕੋਈ ਪ੍ਰਚਾਰ ਨਹੀਂ ਕਰ ਰਿਹਾ। ਮੈਂ ਦੱਸਦਾ, ਬਾਬਾ ਜੀ ਨੇ ਜਿਹੜੀ ਗੱਲ ਕੀਤੀ ਆ, ਮੈਂ ਉਹਦੇ ਨਾਲ ਸਹਿਮਤੀ ਕਰਦਾ ਕਿ ਹੁਣ ਪਹਿਲਾਂ ਵਾਲੀ ਗੱਲ ਨਹੀਂ ਹੈਗੀ। ਜੋ ਪਿਛਲੇ ਸਮਿਆਂ ਦੇ ਵਿੱਚ ਫੈਸਲੇ ਹੁੰਦੇ ਸੀ ਤੇ ਵੋਟਾਂ ਪੈਂਦੀਆਂ ਸੀ, ਉਹ ਬਹੁਤ ਸਾਰਾ ਕੰਮ ਬਦਲ ਚੁੱਕਿਆ, ਲੋਕ ਸਮਝ ਵੀ ਚੁੱਕੇ ਨੇ। ਪਰ ਕੀ ਆ ਵੀ ਇਹ ਸਿੱਖਾਂ ਦੇ ਜਜ਼ਬਾਤਾਂ ਨਾਲ ਜੁੜੀ ਗੱਲ ਆ। ਇਸ ਗੱਲ ਲਈ ਸਿੱਖਾਂ ਦੇ ਮਨ 'ਚ ਰੋਸ ਆ, ਤੇ ਇਸ ਕਰਕੇ ਅਕਾਲੀ ਦਲ ਵੀ ਤੇ ਸ਼੍ਰੋਮਣੀ ਕਮੇਟੀ ਵੀ ਇਸ ਗੱਲ ਲਈ ਆਪਣਾ ਵਿਰੋਧ ਦਰਜ ਕਰਵਾ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ। ਮੇਰੇ ਕੋਲ ਅੱਜ ਸਮਾਂ ਇੰਨਾ ਹੀ ਸੀ। ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਧਾਲੀਵਾਲ ਸਾਹਿਬ ਤੁਹਾਡਾ ਵੀ, ਅਮਿਤ ਬਾਵਾ ਜੀ ਤੁਹਾਡਾ ਵੀ। ਲਾਜ਼ਮੀ ਤੌਰ ਤੇ ਸਿੱਖਾਂ ਦੀਆਂ ਭਾਵਨਾਵਾਂ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਵੀ ਜੁੜਿਆ ਹੋਇਆ ਮੁੱਦਾ ਹੈ, ਪਰ ਕੀ ਵਾਕਈ ਹੀ ਪੰਜਾਬ ਦੀਆਂ ਚੋਣਾਂ ਨੂੰ ਪ੍ਰਭਾਵਿਤ ਇਹ ਫੈਸਲਾ ਕਰ ਸਕਦਾ ਹੈ? ਤੇ ਦੂਜੇ ਪਾਸੇ ਜੋ ਅੱਜ ਦੀ ਚਰਚਾ ਦੇ ਵਿੱਚ ਵੀ ਨਿਕਲ ਕੇ ਸਾਹਮਣੇ ਆਇਆ, ਆਮ ਤੌਰ ਤੇ ਤੁਸੀਂ ਪਿਛਲੇ ਕੁਝ ਦਿਨਾਂ ਦੇ ਵਿੱਚ ਦੇਖਿਆ ਹੋਵੇਗਾ ਕਿ ਕੋਈ ਮਰਜ਼ੀ ਇਸ਼ੂ ਦੇ ਉੱਤੇ ਤੁਸੀਂ ਗੱਲ ਕਰੋ, ਪੋਲੀਟੀਕਲ ਪਾਰਟੀਆਂ ਦੇ ਆਗੂ ਬਹੁਤ ਆਪਸ ਦੇ ਵਿੱਚ ਖੈਬੜਦੇ ਹੋਏ ਨਜ਼ਰ ਆਉਂਦੇ ਨੇ। ਪਰ ਇੱਕ ਅਜਿਹਾ ਇਸ਼ੂ ਹੈ ਜਿੱਥੇ ਸਿੱਧੇ ਤੌਰ ਦੇ ਉੱਤੇ ਵੋਟਾਂ ਜੁੜੀਆਂ ਹੋਈਆਂ ਨੇ, ਇਸ ਕਰਕੇ ਬਹੁਤ ਨਾਪ ਤੋਲ ਕੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਪੋਲੀਟੀਕਲ ਪਾਰਟੀਆਂ ਦੇ ਵੱਲੋਂ, ਤਾਂ ਕਿ ਡੇਰੇ ਦੀ ਵੋਟ ਸਭ ਨੂੰ ਚਾਹੀਦੀ ਹੈ। ਕੋਈ ਖੁੱਲ ਕੇ ਨਾ ਮੰਗ ਰਿਹਾ ਹੋਵੇ, ਪਰ ਚਾਹੀਦੀ ਤਾਂ ਸਭ ਨੂੰ ਹੈ। ਹਰ ਕੋਈ ਚਾਹੁੰਦਾ ਹੋਏਗਾ ਕਿ ਸਾਡੇ ਵਾਲੇ ਪਾਸੇ ਜ਼ਰੂਰ ਪੈ ਜਾਣ ਡੇਰੇ ਵਾਲਿਆਂ ਦੀਆਂ ਵੋਟਾਂ। ਹੁਣ ਡੇਰਾ ਮੁਖੀ ਬਾਹਰ ਆ ਕੇ ਕਿ ਆਪਣੇ ਫਾਲੋਅਰਸ ਨੂੰ ਕੋਈ ਸੁਨੇਹਾ ਦਿੰਦੇ ਨੇ ਕਿ ਕਿਸ ਨੂੰ ਵੋਟਾਂ ਪਾਓ, ਜਾਂ ਅੰਦਰ ਖਾਤੇ ਕੋਈ ਮੈਸੇਜ ਸਰਕੂਲੇਟ ਕਰ ਦਿੱਤਾ ਜਾਂਦਾ ਹੈ ਕਿ ਇਸ ਵਾਰ ਕਿਸ ਦੇ ਹੱਕ 'ਚ ਵੋਟਾਂ ਪਾਉਣੀਆਂ ਨੇ। ਤੇ ਮੈਂ ਦੁਬਾਰਾ ਉਹੀ ਗੱਲ ਕਹਿ ਰਿਹਾ ਕਿ ਇਹ ਉਹੀ ਪੁਆਇੰਟ ਹੈ ਜਾਂ ਟਰਨਿੰਗ ਪੁਆਇੰਟ ਹੈ ਪੰਜਾਬ ਦੇ ਇਲੈਕਸ਼ਨ ਦਾ, ਜਿੱਥੋਂ ਪੂਰੇ ਪੰਜਾਬ ਦੀ ਸਿਆਸਤ ਬਦਲ ਜਾਏਗੀ ਅਗਲੇ 10-12 ਦਿਨਾਂ ਦੇ ਵਿੱਚ, ਔਰ ਜਿਸ ਦਾ ਅਸਰ ਨਤੀਜਿਆਂ ਤੇ ਨਜ਼ਰ ਆਏਗਾ। ਇਹ ਦੇਖਣ ਲਾਇਕ ਰਹੇਗਾ 10 ਮਾਰਚ ਨੂੰ ਵੀ, ਜਿਸ ਦੇ ਨਤੀਜੇ ਆਉਣਗੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਇੰਨਾ।